The topic for today is called "Do not sleep, but be awake." ਤੇ ਜਿਹੜਾ ਅੱਜ ਦਾ ਸਾਡਾ ਟੌਪਿਕ ਆ ਕਿ ਸਾਨੂੰ ਸੋਣਾ ਨਹੀਂ ਚਾਹੀਦਾ ਤੇ ਸਾਨੂੰ ਉੱਠਣਾ ਚਾਹੀਦਾ। Little bit of sleep is okay, but too much sleep is going to make us lazy. ਤੇ ਥੋੜਾ ਬਹੁਤਾ ਸੋਣਾ ਸਾਡੇ ਲਈ ਠੀਕ ਆ, ਬਟ ਜ਼ਿਆਦਾ ਸੋਣਾ ਸਾਨੂੰ ਲੇਜ਼ੀ ਬਣਾ ਦਿੰਦਾ। Hallelujah. I'll see. Praise God. So please read from Matthew chapter 25, 1 to 13. ਓਕੇ, ਤੇ ਮੈਂ ਹੁਣ ਮਤੀ ਉਹਦੀ 25 ਅਧਿਆਏ ਉਹਦਾ 1 ਤੋਂ ਲੈ ਕੇ 13 ਤੱਕ ਪੜੂੰਗਾ। ਯੈਸ। ਤੇ 10 ਕੁਆਰੀਆਂ ਦਾ ਦ੍ਰਿਸ਼ਟਾਂਤ। ਉਸ ਵੇਲੇ ਸਵਰਗ ਦਾ ਰਾਜ 10 ਕੁਆਰੀਆਂ ਵਰਗਾ ਹੋਇਆ, ਜਿਹੜੀਆਂ ਆਪਣੀਆਂ ਮਸਾਲਾਂ ਲੈ ਕੇ ਲਾੜੇ ਦੇ ਮਿਲਣ ਨੂੰ ਨਿਕਲੀਆਂ, ਅਤੇ ਉਹਨਾਂ ਵਿੱਚੋਂ 5 ਦਾ ਮੂਰਖ ਅਤੇ 5 ਚਤਰ ਸਨ। ਕਿਉਂਕਿ ਜਿਹੜੀਆਂ ਮੂਰਖਣੀਆਂ ਸਨ, ਉਹਨਾਂ ਨੇ ਆਪਣੀਆਂ ਮਸਾਲਾਂ ਲੈ ਲਈਆਂ, ਪਰ ਤੇਲ ਆਪਣੇ ਨਾਲ ਨਾ ਲਿਆ। ਪਰ ਚਤਰਾਂ ਨੇ ਆਪਣੇ ਭਾਂਡਿਆਂ ਵਿੱਚ ਤੇਲ ਲਿਆ, ਮਸਾਲਾ ਨਾਲ ਲੈ ਲਿਆ, ਅਤੇ ਜਦ ਲਾੜੇ ਨੇ ਚੀਰਾ ਲਾਇਆ, ਉਹ ਸਭ ਉਂਘ ਪਈਆਂ ਅਤੇ ਸੋ ਗਈਆਂ। ਅਤੇ ਅੱਧੀ ਰਾਤ ਨੂੰ ਧੂਮ ਪਈ, ਆਓ ਲਾੜਾ ਆਇਆ, ਉਹਦੇ ਮਿਲਣ ਨੂੰ ਨਿਕਲੋ। ਤਦ ਉਹਨਾਂ ਸਭਨਾਂ ਕੁਆਰੀਆਂ ਨੇ ਉੱਠ ਕੇ ਆਪਣੀ ਮਸਾਲਾ ਤਿਆਰ ਕੀਤੀਆਂ, ਅਤੇ ਮੂਰਖ ਨੇ ਚਤਰਾਂ ਨੂੰ ਕਿਹਾ ਕਿ ਆਪਣੇ ਤੇਲ ਵਿੱਚੋਂ ਕੁਝ ਸਾਨੂੰ ਦਿਓ, ਕਿਉਂ ਜੋ ਸਾਡੀਆਂ ਮਸਾਲਾਂ ਬੁਝਦੀਆਂ ਜਾਂਦੀਆਂ ਹਨ। ਪਰ ਚਤਰਾਂ ਨੇ ਉੱਤਰ ਦਿੱਤਾ, ਨਾ ਕਿਤੇ ਸਾਡੇ ਅਤੇ ਤੁਹਾਡੇ ਲਈ ਥੁੜ ਨਾ ਜਾਏ, ਪਰ ਤੁਸੀਂ ਵੇਚਣ ਵਾਲਿਆਂ ਦੇ ਕੋਲ ਜਾ ਕੇ ਆਪਣੇ ਲਈ ਮੁੱਲ ਲਿਓ। ਅਤੇ ਜਦ ਉਹ ਮੁੱਲ ਲੈਣ ਗਈਆਂ, ਲਾੜਾ ਆ ਪਹੁੰਚਿਆ, ਅਤੇ ਜਿਹੜੀਆਂ ਤਿਆਰੀਆਂ ਸਨ ਉਹਦੇ ਨਾਲ ਵਿਆਹ ਵਿੱਚ ਜਾ ਵੜੀਆਂ, ਅਤੇ ਬੂਹਾ ਮਾਰਿਆ ਗਿਆ। ਅਤੇ ਪਿੱਛੋਂ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਬੋਲੀਆਂ, ਹੇ ਮਹਾਰਾਜ, ਸਾਡੇ ਲਈ ਖੋਲ ਦਿਓ। ਪਰ ਉਹਨੇ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਇਸ ਕਰਕੇ ਜਾਗਦੇ ਰਹੋ, ਕਿਉਂ ਜੋ ਤੁਸੀਂ ਨਾ ਉਸ ਦਿਨ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ। ਆਮੇਨ। Amen, amen. So when we start in verse chapter 25, it starts like this. At that time, the kingdom of heaven. So this is about kingdom of heaven, not about worldly system. ਤੇ ਜਦੋਂ ਅਸੀਂ 25 ਅਧਿਆਏ ਵਿੱਚ ਦੇਖਦੇ, ਇਸ ਵਿੱਚ ਦੇਖਿਆ ਗਿਆ ਕਿ ਇਸ ਵਿੱਚ ਸਵਰਗ ਦੇ ਰਾਜ ਦੀ ਗੱਲ ਕੀਤੀ ਗਈ, ਦੁਨਿਆਵੀ ਰਾਜ ਦੀ ਗੱਲ ਨਹੀਂ ਕੀਤੀ ਗਈ। And when he talks about 10 virgins, these virgins represent Christians. They represent purity. They represent that they are already with the Lord. ਤੇ ਜਦੋਂ ਇੱਥੇ 10 ਕੁਆਰੀਆਂ ਦੀ ਗੱਲ ਕੀਤੀ ਗਈ ਹੈ, ਤਾਂ ਉਹਨਾਂ ਬਾਰੇ ਦੱਸਿਆ ਗਿਆ ਕਿ ਉਹ ਕ੍ਰਿਸਚੀਅਨ ਨੇ, ਉਹ ਪਰਮੇਸ਼ਰ ਦੇ ਡਰ ਵਿੱਚ ਚੱਲਣ ਵਾਲੀਆਂ ਸਨ। They were like in the church. They were part of the church, in other words. ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਚਰਚ ਦਾ ਹਿੱਸਾ ਨੇ। That's why they are called virgins. Virgins means purity. They were pure, and they were having that relationship with Jesus. ਤੇ ਇਸ ਕਰਕੇ ਉਹਨਾਂ ਨੂੰ 10 ਕੁਆਰੀਆਂ ਕਿਹਾ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਖੁਦਾਵੰਦ ਦੇ ਨਾਲ ਰਿਸ਼ਤਾ ਸੀ, ਉਹ ਬਹੁਤ ਪਾਕ ਸੀ। Why can I say that they were Christians? Because they were waiting for the bridegroom, Jesus, to come. ਤੇ ਕਿਉਂ ਪਾਸਟਰ ਜੀ ਨੇ ਇੱਥੇ ਉਹ ਕਿਹਾ ਕਿ ਉਹ ਪਿਓਰ ਨੇ, ਕਿਉਂਕਿ ਉਹ ਕ੍ਰਿਸਚੀਅਨ ਨੇ, ਕਿਉਂਕਿ ਉਹ ਖੁਦਾਵੰਦ ਦੀ ਵੇਟ ਕਰ ਰਹੇ ਨੇ, ਕਿਉਂਕਿ ਆਪਾਂ ਕਹਿੰਦੇ ਖੁਦਾਵੰਦ ਸਾਡਾ ਲਾੜਾ ਹੈ, ਤਾਂ ਖੁਦਾਵੰਦ ਦੀ ਵੇਟ ਕਰ ਰਹੇ ਸੀ। And today, just like the 10 virgins, we all are Christians. We are waiting for the coming of the Lord as well. ਤੇ ਜਿਸ ਤਰ੍ਹਾਂ ਕਿ ਉਹਨਾਂ 10 ਕੁਆਰੀਆਂ ਦੇ ਵਾਂਗ ਆਪਾਂ ਦੇਖ ਸਕਦੇ ਹਾਂ ਕਿ Hallelujah. Thank you, Jesus. Hallelujah. Thank you, Jesus. Father, we pray that Akash will come back. Hallelujah. Akash, please दोबारा मैसेज भेजो। दोबारा एक मैसेज भेजो ताकि मैं ऐड कर सकूंगा। अप्रूव हो गया। थैंक यू। ऐड हो रहा है। Sorry, Pastor, network error. No problem. Praise the Lord. So
today we are like the 10 virgins. We are in their place. ਤੇ ਜਿਸ ਤਰ੍ਹਾਂ ਕਿ ਆਪਾਂ ਅੱਜ ਆਪਾਂ ਉਹਨਾਂ 10 ਕੁਆਰੀਆਂ ਵਾਂਗ ਅਸੀਂ ਆਪਣੀ ਜਗ੍ਹਾ ਦੇ ਉੱਪਰ ਆ And the Bible tells about that they were 10. ਤੇ ਬਾਈਬਲ ਇੱਥੇ ਕਹਿ ਰਹੀ ਹੈ ਕਿ ਉਹ 10 ਨੇ And I was thinking about it. Why 10? Why not 9? Why not 11? Why not 6? Why not 12? ਤੇ ਮੈਂ ਸੋਚ ਰਿਹਾ ਸੀ ਕਿ ਉਹ 10 ਹੀ ਕਿਉਂ ਨਹੀਂ ਉੱਥੇ 11 ਕਿਉਂ ਨਹੀਂ 6 ਕਿਉਂ ਨਹੀਂ 9 ਕਿਉਂ ਨਹੀਂ 5 ਕਿਉਂ ਨਹੀਂ The number 10 represents responsibility. ਤੇ ਜੋ ਨੰਬਰ 10 ਆ ਉਹ ਦਰਸਾਉਂਦਾ ਕਿ ਜ਼ਿੰਮੇਵਾਰੀ The number 10 represents law, keeping the law of God. ਤੇ ਨੰਬਰ 10 ਦਰਸਾਉਂਦਾ ਕਿ ਅਸੀਂ ਖੁਦਾਵੰਦ ਦੇ ਨਿਯਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੀਏ If you remember Moses, he was given 10 commandments, not 11, not 9. ਤੇ ਜਿਸ ਤਰ੍ਹਾਂ ਕਿ ਤੁਹਾਨੂੰ ਯਾਦ ਹੋਵੇ ਕਿ ਮੂਸਾ ਨੇ ਸਾਨੂੰ 10 ਕਮਾਂਡਮੈਂਟ ਦਿੱਤੀਆਂ ਸੀਗੀਆਂ ਨਾ ਕਿ ਉਹ 9 ਸੀ ਨਾ 11 ਸੀ ਉਹ ਸਿਰਫ 10 ਸੀ Also, number 10 represents a completeness of order. ਤੇ ਨੰਬਰ 10 ਦੱਸ ਰਿਹਾ ਕਿ ਜੋ ਇੱਕ ਆਰਡਰ ਦਿੱਤਾ ਜਾਂਦਾ ਉਸ ਦਾ ਪੂਰਾ ਹੋਣਾ And so we have here 10 perfect law keeping responsible virgins, Christians. ਤੇ ਹੁਣ ਅਸੀਂ ਆਪਾਂ ਦੇਖ ਸਕਦੇ ਹਾਂ ਕਿ ਇੱਥੇ ਜੋ 10 ਕੁਆਰੀਆਂ ਨੇ ਉਹ ਜ਼ਿੰਮੇਵਾਰੀ ਲੈਣ ਵਾਲੀਆਂ ਤੇ ਇੱਕ ਖੁਦਾ ਦੇ ਵਿੱਚ ਇੱਕ ਇਮਾਨਦਾਰੀ ਨਾਲ ਚੱਲਣ ਵਾਲੀਆਂ ਕੁਆਰੀਆਂ ਸਨ The Bible says that they had the lamps, they had the oil as well. ਤੇ ਬਾਈਬਲ ਇੱਥੇ ਦੱਸ ਰਹੀ ਹੈ ਕਿ ਉਹਨਾਂ ਕੋਲ ਮਸਾਲਾ ਕਿ ਲੈਂਪ ਸਨ ਮਸਾਲਾ ਸਨ ਜਿਨ੍ਹਾਂ ਵਿੱਚ ਅੱਗ ਚੱਲਦੀ ਆ ਤੇ ਉਹਨਾਂ ਕੋਲ ਤੇਲ ਵੀ ਸੀ But 5 were called foolish and 5 were called wise. ਤੇ ਉਹਨਾਂ 10 ਵਿੱਚੋਂ 5 ਮੂਰਖ ਸੀ ਤੇ 5 ਸਮਝਦਾਰ ਸੀ We will find out why the 5 were called foolish and why the 5 were called wise. ਤੇ ਹੁਣ ਅਸੀਂ ਲੱਭਾਂਗੇ ਕਿ ਜੋ ਉਹਨਾਂ 10 ਵਿੱਚੋਂ 5 ਸਮਝਦਾਰ ਕਿਉਂ ਸੀ ਤੇ 5 ਮੂਰਖ ਕਿਉਂ ਸੀ So we see here in verse 3, it says, the foolish ones took their lamps, but did not take any oil with them. ਤੇ ਜਿਸ ਤਰ੍ਹਾਂ ਕਿ ਅਸੀਂ 3 ਆਇਤ ਵਿੱਚ ਦੇਖਦੇ ਹਾਂ ਕਿਉਂਕਿ ਜਿਹੜੀਆਂ ਮੂਰਖਣੀਆਂ ਸਨ ਉਹਨਾਂ ਨੇ ਆਪਣੀਆਂ ਮਸਾਲਾ ਤਾਂ ਲੈ ਲਈਆਂ ਪਰ ਤੇਲ ਨਾ ਲਿਆ And not only that, but look at the wise ones in 4. The wise ones, however, took oil in jars. So they didn't only take oil, but they took extra oil in jars. ਤੇ ਅਸੀਂ ਹੁਣ ਉਹਨਾਂ ਪੰਜ ਕੁਆਰੀਆਂ ਵੱਲ ਜਾਵਾਂਗੇ ਜੋ ਸਮਝਦਾਰ ਸਨ ਉਹਨਾਂ ਨੇ ਆਪਣੇ ਮਸਾਲਾਂ ਵਿੱਚ ਤਾਂ ਤੇਲ ਲਿਆ ਪਰ ਉਹਨਾਂ ਨੇ ਇੱਕ ਖਾਲੀ ਭਾਂਡੇ ਦੇ ਵਿੱਚ ਜਿਵੇਂ ਕਿ ਭਾਂਡੇ ਦੇ ਵਿੱਚ ਵੀ ਉਹਨਾਂ ਨੇ ਤੇਲ ਲਿਆ Why did they take oil in jars? That means they made extra provision. Unki nigaah, they looked forward. They had a long-term vision. ਤੇ ਉਹਨਾਂ ਨੇ ਉਹਨਾਂ ਮਸਾਲਾਂ ਦੇ ਤੇਲ ਦੇ ਨਾਲੋਂ ਅਲੱਗ ਤੇਲ ਕਿਉਂ ਲਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉੱਥੇ ਜ਼ਿਆਦਾ ਟਾਈਮ ਵੀ ਲੱਗ ਸਕਦਾ ਤੋਂ ਅੱਗੇ ਦੀ ਸੋਚ ਕੇ ਚੱਲ ਰਹੀਆਂ ਸਨ They were prepared. ਉਹ ਆਪਣੇ ਆਪ ਨੂੰ ਤਿਆਰ ਸਨ ਉਹ ਆਪਣੇ ਆਪ ਵਿੱਚ ਤਿਆਰੀ ਦੇ ਵਿੱਚ ਸਨ They knew that the bridegroom could come anytime. He could come anytime, or it could, if he's delayed, then they will not have a surprise that the oil will not be running out. The jars will still have the oil. ਤੇ ਉਹ ਸਮਝਦਾਰ ਸੀ ਉਹਨਾਂ ਨੂੰ ਪਤਾ ਸੀ ਕਿ ਅਗਰ ਲਾੜੇ ਨੂੰ ਆਉਣ ਦੇ ਵਿੱਚ ਟਾਈਮ ਲੱਗ ਗਿਆ ਤਾਂ ਸਾਡੇ ਜਿਹੜਾ ਕੁੱਪੀਆਂ ਦੇ ਵਿੱਚ ਤੇਲ ਆ ਉਹ ਨਹੀਂ ਮੁੱਕੇਗਾ ਸਾਡੇ ਕੋਲ ਅਗਰ ਜ਼ਿਆਦਾ ਤੇਲ ਹੋਵੇਗਾ ਤਾਂ ਅਸੀਂ ਆਪਣੀਆਂ ਕੁੱਪੀਆਂ ਦੇ ਵਿੱਚ ਹੋਰ ਤੇਲ ਪਾ ਕੇ ਉਹਨਾਂ ਨੂੰ ਦੁਆਰ ਤੇ ਚਲਾ ਲਵਾਂਗੇ Now we do know that the oil represents the Holy Spirit. ਤੇ sorry pastor we don't know we do know that the oil represents the Holy Spirit. ਤੇ ਸਾਨੂੰ ਇਸ ਚੀਜ਼ ਦਾ ਜਾਣਨਾ ਚਾਹੀਦਾ ਕਿ ਜੋ ਤੇਲ ਆ ਉਹ ਇੱਕ ਪਵਿੱਤਰ ਆਤਮਾ ਨੂੰ ਦਰਸਾਉਂਦਾ And I believe ਮੈਂ ਵਿਸ਼ਵਾਸ ਕਰਦਾ that the oil for these wise virgins was that they were ready for anything and they were fully expecting for the Lord to come anytime. ਤੇ ਜੋ ਆਪਾਂ ਦੇਖ ਸਕਦੇ ਕਿ ਜੋ 5 ਕੁਆਰੀਆਂ ਜੋ ਸਮਝਦਾਰ ਸਨ ਉਹ ਆਪਣੇ ਆਪ ਦੇ ਵਿੱਚ ਤਿਆਰ ਸਨ ਤੇ ਉਹਨਾਂ ਕੋਲ ਕਿ ਉਹ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਤਿਆਰ ਕੀਤਾ ਸੀ ਕਿ ਖੁਦਾਵੰਦ ਜੋ ਦਾ ਵੀ ਆਵੇ ਇੱਕ ਉਤਸ਼ਾਹ ਦੇ ਵਿੱਚ ਤੇ ਖੁਦਾਵੰਦ ਦੀ ਵੇਟ ਕਰ ਰਹੀ ਸੀ Many times we fall asleep ਤੇ ਕਈ ਵਾਰ ਕੀ ਹੁੰਦਾ ਕਿ ਅਸੀਂ ਸੋ ਜਾਂਦੇ ਆ in the spirit. ਆਤਮਾ ਦੇ ਵਿੱਚ Our prayer life becomes a dull, tasteless. ਸਾਡੀ ਜੋ ਸਾਡੀ ਪ੍ਰਾਰਥਨਾ ਵਾਲੀ ਜ਼ਿੰਦਗੀ ਉਹ ਖਰਾਬ ਹੋ ਜਾਂਦੀ ਆ We come to church just because we have to come. ਤੇ ਸਿਰਫ ਸਾਨੂੰ ਚਰਚ ਆਣਾ ਪੈਂਦਾ ਕਿਉਂਕਿ ਸਾਨੂੰ ਪਤਾ ਕਿ ਸਾਨੂੰ ਚਰਚ ਤਾਂ ਜਾਣਾ ਹੀ ਪੈਣਾ We get discouraged when our requests are not answered. Bintiyan. ਤੇ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲੈਂਦੇ ਜਦੋਂ ਖੁਦਾਵੰਦ ਸਾਡੀਆਂ ਜੋ ਅਸੀਂ ਖੁਦਾ ਅੱਗੇ ਬੇਨਤੀਆਂ ਕਰਦੇ ਨੇ ਉਹ ਨਹੀਂ ਸੁਣਦਾ
We postpone things. We say, oh, I'll do it tomorrow. It's okay. The Lord understands. I will do tomorrow. Tomorrow I will pray more. Tomorrow I will worship more. Tomorrow, next week I will go for the meeting. Not today. ਤੇ ਅਸੀਂ ਆਪਣੀਆਂ ਜੋ ਮੀਟਿੰਗਾਂ ਹੁੰਦੀਆਂ ਉਹਨਾਂ ਨੂੰ ਅੱਗੇ ਰੱਖ ਲੈਂਦੇ ਤੇ ਅਸੀਂ ਆਪਣੇ ਖਿਆਲਾਂ ਦੇ ਵਿੱਚ ਸੋਚਦੇ ਹਾਂ ਕਿ ਨਹੀਂ ਮੈਂ ਕੱਲ ਨੂੰ ਹੋਰ ਪ੍ਰਾਰਥਨਾ ਕਰੂੰਗਾ, ਮੈਂ ਕੱਲ ਨੂੰ ਹੋਰ ਖੁਦਾ ਦੀ ਆਰਾਧਨਾ ਕਰੂੰਗਾ ਤੇ ਮੈਂ ਇਸ ਹਫਤੇ ਦੀ ਮੀਟਿੰਗ ਦੇ ਵਿੱਚ ਜਾਣਾ, ਮੈਂ ਅਗਲੇ ਹਫਤੇ ਮੀਟਿੰਗ ਦੇ ਵਿੱਚ ਜਾਵਾਂਗਾ। And we slip into laziness little by little without even knowing. ਤੇ ਸਾਨੂੰ ਅਸੀਂ ਇੱਕ ਲੇਜ਼ੀਪਨ ਦੇ ਵਿੱਚ ਚਲੇ ਜਾਂਦੇ ਹਾਂ, ਇੱਕ ਲੇਜ਼ੀ ਆਲਸੀ। ਹਾਂ, ਅਸੀਂ ਇੱਕ ਆਲਸਪਨ ਦੇ ਵਿੱਚ ਚਲੇ ਜਾਂਦੇ ਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਦੋਂ ਆਲਸਪਨ ਵਿੱਚ ਚਲੇ ਜਾਂਦੇ ਹਾਂ। We do not put effort in maintaining our relationship with the Lord like we should. ਤੇ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਜੋ ਸਾਨੂੰ ਕਰਨੇ ਚਾਹੀਦੇ ਨੇ, ਕਿ ਸਾਨੂੰ ਖੁਦਾਵੰਦ ਦੇ ਨਾਲ ਇੱਕ ਵਧੀਆ ਰਿਸ਼ਤਾ ਬਣਾਉਣਾ ਚਾਹੀਦਾ, ਅਸੀਂ ਉਸ ਚੀਜ਼ ਨੂੰ ਮੇਨਟੇਨ ਨਹੀਂ ਕਰ ਰੱਖਦੇ। And yes, it is also written that all of them fell asleep. ਤੇ ਇੱਥੇ ਇਹ ਵੀ ਲਿਖਿਆ ਕਿ ਉਹ ਸਾਰੀਆਂ ਸੋ ਗਈਆਂ ਸੀ। In verse 5. ਇਹ 5 ਆਇਤ ਦੇ ਵਿੱਚ। And maybe today many of us are still sleeping. ਤੇ ਕਿ ਅੱਜ ਸਾਡੇ ਵਿੱਚੋਂ ਕਈ ਐਸੇ ਲੋਕ ਨੇ ਜੋ ਹੁਣ ਵੀ ਸੋ ਰਹੇ ਨੇ। You know, your Degbal leader will call you and say, oh, are you doing the alpha? And maybe you are still sleeping. ਤੇ ਜਿੱਦਾਂ ਕਿ ਤੁਹਾਡੇ ਦੇਖਭਾਲ ਲੀਡਰ ਤੁਹਾਨੂੰ ਫੋਨ ਕਰਕੇ ਕਹਣਗੇ ਤੁਸੀਂ ਅਲਫਾ ਕੋਰਸ ਕਿਉਂ ਨਹੀਂ ਕੀਤਾ, ਕਿ ਮੈਨੂੰ ਲੱਗਦਾ ਕਿ ਤੁਸੀਂ ਉਸ ਟਾਈਮ ਹੀ ਸੁੱਤੇ ਪਏ ਹੋਵੋਗੇ। Maybe they are saying, oh, are you doing your stage 2? And you are still sleeping. ਤੇ ਕਿ ਸ਼ਾਇਦ ਉਹ ਤੁਹਾਨੂੰ ਕਹਿਣ ਕਿ ਤੁਸੀਂ ਸਟੇਜ 2 ਕਰ ਰਹੇ ਹੋ ਪਰ ਤੁਸੀਂ ਉੱਥੇ ਉਸ ਟਾਈਮ ਵੀ ਸੋ ਰਹੇ ਹੋ। Your Degbal leader will say to you, now is the time that you need to get baptized, but you're still sleeping. ਤੇ ਤੁਹਾਡਾ ਦੇਖਭਾਲ ਲੀਡਰ ਤੁਹਾਨੂੰ ਕਹੇ ਕਿ ਹੁਣ ਤੁਹਾਨੂੰ ਬਪਤਿਸਮਾ ਲੈਣ ਦਾ ਸਮਾਂ, ਪਰ ਤੁਸੀਂ ਉਸ ਟਾਈਮ ਵੀ ਸੋ ਰਹੇ ਹੋ। Maybe you are in a relationship with your partner, and now the Degbal leader is saying, Pastor John is coming, there are engagements, get ready, get engaged, and you are still sleeping. ਤੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਪਾਰਟਨਰ ਦੇ ਆਪਣੇ ਰਿਲੇਸ਼ਨਸ਼ਿਪ ਜੋ ਜਿਸ ਨਾਲ ਤੁਹਾਡਾ ਰਿਸ਼ਤਾ ਉਸ ਨਾਲ ਤੁਸੀਂ ਬਿਜ਼ੀ ਹੋ, ਪਰ ਤੁਹਾਨੂੰ ਕੋਈ ਕਹਿ ਰਿਹਾ ਕਿ ਪਾਸਟਰ ਜੋਨੀ ਆ ਰਹੇ ਨੇ ਜੇ ਤੇ ਚਰਚ ਦੇ ਵਿੱਚ ਇੰਗੇਜਮੈਂਟ ਹੈ, ਤੁਸੀਂ ਉਸ ਟਾਈਮ ਵੀ ਸੋ ਰਹੇ ਹੋ। Now is the time that we must have oils in our lamp, and not only oil, we must have jars of oil. Hallelujah. ਤੇ ਹੁਣ ਇਹ ਸਮਾਂ ਕਿ ਸਾਡੀ ਜੋ ਕੁੱਪੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਮਸਾਲਿਆਂ ਦੇ ਵਿੱਚ ਸਾਡਾ ਤੇਲ ਹੋਣਾ ਚਾਹੀਦਾ, ਤੇ ਸਾਨੂੰ ਸਿਰਫ ਉਹਨਾਂ ਮਸਾਲਿਆਂ ਦੇ ਵਿੱਚ ਤੇਲ ਹੀ, ਸਾਨੂੰ ਹੋਰ ਖਾਲੀ ਭਾਂਡੇ ਦੇ ਵਿੱਚ ਵੀ ਸਾਡੇ ਕੋਲ ਤੇਲ ਹੋਣਾ ਚਾਹੀਦਾ। For those who are regularly coming to church, for those who are regularly attending these meetings, for those who are attending the Skype meetings, for those who are attending the other meetings, still I believe all that is that you are having oil, but more than that I want to encourage you to have jars of oil. ਤੇ ਮੈਂ ਤੁਹਾਨੂੰ ਹੁਣ ਇੱਥੇ ਉਤਸ਼ਾਹਿਤ ਕਰਨਾ ਚਾਹੁੰਦਾ ਕਿ ਜਿਹੜੇ ਆਪਣੀ ਚਰਚ ਦੀਆਂ ਜੋ ਵੀ ਸਕਾਈਪ ਮੀਟਿੰਗ ਹੁੰਦੀ ਨੇ, ਜੋ ਸੰਡੇ ਮੀਟਿੰਗ ਹੁੰਦੀ ਆ, ਵੈਡਨਸਡੇ ਮੀਟਿੰਗ ਹੁੰਦੀ ਹੈ, ਤੁਸੀਂ ਉਹਨਾਂ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਅਟੈਂਡ ਕਰਦੇ ਹੋ। ਤੇ ਮੈਂ ਹੁਣ ਤੁਹਾਨੂੰ ਉਤਸ਼ਾਹ ਕਰਨਾ ਚਾਹੁੰਦਾ ਕਿ ਤੁਸੀਂ ਉਹਨਾਂ ਕੁੱਪੀਆਂ ਦੇ ਵਿੱਚ ਤੇਲ ਨਹੀਂ ਬਲਕਿ ਹੋਰ ਖਾਲੀ ਭਾਂਡੇ ਦੇ ਵਿੱਚ ਵੀ ਤੇਲ ਲੈ ਕੇ ਆਓ। We just don't want oil in the lamp, we want extra provision of oil. Hallelujah. Hallelujah. ਤੇ ਅਸੀਂ ਸਿਰਫ ਤੁਹਾਨੂੰ ਉਹ ਮਸਾਲਿਆਂ ਦੇ ਵਿੱਚ ਹੀ ਤੇਲ ਨਹੀਂ ਚਾਹੁੰਦੇ, ਬਲਕਿ ਅਸੀਂ ਤੁਹਾਡੇ ਕੋਲ ਹੋਰ ਜ਼ਿਆਦਾ ਖਾਲੀ ਭਾਂਡੇ ਦੇ ਵਿੱਚ ਤੇਲ ਚਾਹੁੰਦੇ ਹਾਂ। And jars means extra. ਤੇ ਜੋ ਖਾਲੀ ਭਾਂਡੇ ਨੇ ਉਹਨਾਂ ਦਾ ਮਤਲਬ ਕਿ ਹੋਰ ਜ਼ਿਆਦਾ। You know that when you are driving and you want to go from Nicosia to Larnaca, and then your plane probably might end up going to Limassol, and then there's something else might happen and you might go somewhere else. And if you put not enough petrol, you will be in trouble. ਤੇ ਜਿਸ ਤਰ੍ਹਾਂ ਕਿ ਤੁਸੀਂ ਕਾਰ ਚਲਾ ਰਹੇ ਹੋ ਤੇ ਤੁਹਾਡਾ ਪਲਾਨ ਹੈ ਲਾਰਨਕਾ ਜਾਣ ਦਾ, ਤੇ ਉੱਥੇ ਜਾ ਕੇ ਤੁਹਾਡਾ ਪਲਾਨ ਬਣ ਗਿਆ ਕਿ ਲਿਮਾਸੋਲ ਜਾਂ ਹੋਰ ਕਿਸੇ ਜਗ੍ਹਾ ਤੇ ਜਾਈਏ, ਤਾਂ ਤੁਹਾਡੇ ਕੋਲ ਉੱਥੇ ਪੂਰਾ ਤੇਲ ਨਹੀਂ ਹੋਣਾ ਚਾਹੀਦਾ ਕਿ ਜੋ ਤੁਹਾਡੀ ਕਾਰ ਲਈ ਸਫੀਸ਼ੀਐਂਟ ਹੋਵੇ, ਬਲਕਿ ਤੁਹਾਨੂੰ ਉੱਥੇ ਤੁਹਾਡੇ ਕੋਲ ਜ਼ਿਆਦਾ ਤੇਲ ਹੋਣਾ ਚਾਹੀਦਾ ਤਾਂ ਕਿ ਤੁਸੀਂ ਹਰ ਸਮੇਂ ਦੇ ਲਈ, ਹਰ ਘੜੀ ਦੇ ਲਈ ਤਿਆਰ ਰਹੋ। That's why your car has to be full always. Hallelujah. With petrol. ਇਸ ਕਰਕੇ ਮੈਂ ਤੁਹਾਨੂੰ ਤੁਹਾਡੀ ਜੋ ਕਾਰ ਦੀ ਫਿਊਲ ਟੈਂਕੀ ਉਹ ਹਮੇਸ਼ਾ ਭਰੀ ਰਵੇ। Ready for any action, any time. ਤੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖੋ, ਜੋ ਵੀ ਸਮਾਂ ਤੁਹਾਡੇ ਵਿੱਚ ਆਵੇ ਹਰ ਚੀਜ਼ ਤੁਸੀਂ ਉਸ ਟਾਈਮ ਕਰੋ। Because you never know when you will need it. ਤੇ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਕਿਸ ਟਾਈਮ ਕਿਸ ਚੀਜ਼ ਦੀ ਜ਼ਰੂਰਤ ਪੈ ਜਾਵੇ। You never know when opportunity will strike. ਤੇ ਤੁਹਾਨੂੰ ਨਹੀਂ ਪਤਾ ਕਿ ਕਦ ਕੋਈ opportunity ਆਏਗੀ। ਓਕੇ ਤੇ ਤੁਹਾਨੂੰ ਨਹੀਂ ਪਤਾ ਕਦ ਤੁਹਾਡੇ ਕੋਲ ਕੋਈ ਮੌਕਾ ਆਵੇ। ਹਾਂ, so we must be ready. ਤੇ ਸਾਨੂੰ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ। And it says in 5 that they waited and what happened? They all fell asleep. ਤੇ ਜਿਸ ਤਰ੍ਹਾਂ ਕਿ 5 ਆਇਤ ਦੇ ਵਿੱਚ ਲਿਖਿਆ ਹੋਇਆ ਕਿ ਜਦ ਲਾੜੇ ਨੇ
ਨਹੀਂ ਉਹ ਅੱਧੀ ਰਾਤ ਨੂੰ ਤੂੰ ਨਹੀਂ, 5 5 5 yeah 5 ਓਕੇ। ਅਤੇ ਜਦ ਲਾੜੇ ਨੇ ਚੀਰਾ ਲਾਇਆ ਉਹ ਸਭ ਉਂਘ ਪਈਆਂ ਤੇ ਸੋ ਗਈਆਂ। And I know that when I am in Cyprus, everybody's up and about. They are all awake. ਤੇ ਮੈਨੂੰ ਪਤਾ ਕਿ ਜਦੋਂ ਮੈਂ ਸਾਈਪ੍ਰਸ ਦੇ ਵਿੱਚ ਹੁੰਦਾ ਤਾਂ ਉਦੋਂ ਸਾਰੇ ਜਣੇ ਉੱਠੇ ਹੀ ਹੁੰਦੇ ਆ। On Sundays, everybody's on time. They're doing their duties nicely, and then they are trying to impress me. ਤੇ ਜਦੋਂ ਮੈਂ ਸਾਈਪ੍ਰਸ ਦੇ ਵਿੱਚ ਹੁੰਦਾ ਸੰਡੇ ਦੇ ਵਿੱਚੋਂ ਸੰਡੇ ਮੀਟਿੰਗਸ ਦੇ ਵਿੱਚ ਪੂਰੇ ਟਾਈਮ ਨਾਲ ਆਨੇ ਜੋ ਉਹਨਾਂ ਦੀ ਡਿਊਟੀਆਂ ਹੁੰਦੀਆਂ ਨੇ ਇੱਕ ਬੜੇ ਚੰਗੇ ਢੰਗ ਦੇ ਨਾਲ ਕਰਦੇ ਆ ਤਾਂ ਮੈਨੂੰ ਇੰਪ੍ਰੈਸ ਕਰਨਾ ਚਾਹੁੰਦੇ ਆ। Everybody has oil in their lamps. ਤੇ ਸਾਰਿਆਂ ਕੋਲ ਉਸ ਟਾਈਮ ਉਹਨਾਂ ਦੀ ਮਸਾਲਿਆਂ ਦੇ ਵਿੱਚ ਤੇਲ ਹੁੰਦਾ। But when we come back to London, ਤੇ ਜਦੋਂ ਮੈਂ ਲੰਡਨ ਦੇ ਵਿੱਚ ਵਾਪਸ ਆ ਜਾਣਾ, some people put their lamp in the cupboard. ਤੇ ਉਸ ਸਮੇਂ ਲੋਕ ਕੀ ਕਰਦੇ ਨੇ, ਜੋ ਉਹਨਾਂ ਦੇ ਲੈਂਪਸ ਹੁੰਦੇ ਨੇ, ਜੋ ਉਹਨਾਂ ਦੇ ਮਸਾਲਾ ਹੁੰਦੇ ਨੇ, ਉਹਨਾਂ ਨੂੰ ਅਲਮਾਰੀ ਦੇ ਵਿੱਚ ਰੱਖ ਦਿੰਦੇ ਨੇ। And they take it out when the next time we will be coming. ਤੇ ਫਿਰ ਉਹ ਮਸਾਲਾ ਨੂੰ ਅਲਮਾਰੀ ਦੇ ਵਿੱਚੋਂ ਉਸ ਟਾਈਮ ਬਾਹਰ ਕੱਢਦੇ ਨੇ ਜਦੋਂ ਪਾਸਟਰ ਜੀ ਅਗਲੀ ਵਾਰ ਸਾਈਪ੍ਰਸ ਆਉਂਦੇ ਆ। So please, you love the Lord and you are a Christian, do not keep your lamp in the cupboard. Use it and have a lot of oil ready. Hallelujah. ਤੇ ਪਲੀਜ਼ ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ ਕਿ ਜੋ ਤੁਹਾਡੇ ਕੁੱਪੀਆਂ ਨੇ, ਜੋ ਤੁਹਾਡੀ ਮਸਾਲੇ ਨੂੰ, ਉਹਨਾਂ ਨੂੰ ਅਲਮਾਰੀ ਦੇ ਵਿੱਚ ਨਾ ਰੱਖੋ, ਕਿਉਂਕਿ ਤੁਸੀਂ ਕ੍ਰਿਸਚੀਅਨ ਨੇ ਤੇ ਤੁਸੀਂ ਖੁਦਾ ਨੂੰ ਪਿਆਰ ਕਰਦੇ ਹੋ, ਤੇ ਤੁਸੀਂ ਹਮੇਸ਼ਾ ਉਹਨਾਂ ਕੁੱਪੀਆਂ ਦੇ ਵਿੱਚ ਤੇਲ ਰੱਖੋ ਤੇ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਤਿਆਰ ਰੱਖੋ। All of these virgins woke up when at midnight there was a shout, the bridegroom is come, bridegroom is come. ਤੇ ਉਹ ਸਾਰੀਆਂ ਕੁਆਰੀਆਂ ਉਦੋਂ ਉੱਠ ਗਈਆਂ ਜਦੋਂ ਉੱਥੇ ਰੋਲਾ ਪਿਆ ਕਿ ਜੋ ਲਾੜਾ ਹੈ ਉਹ ਆ ਗਿਆ ਹੈ, ਉਹ ਲਾੜਾ ਆ ਗਿਆ ਹੈ। Come out to meet him. ਤੇ ਆਓ ਉਸ ਨੂੰ ਮਿਲੋ। Now we will see what happens next year. ਤੇ ਅਸੀਂ ਹੁਣ ਦੇਖਾਂਗੇ ਕਿ ਅੱਗੇ ਕੀ ਹੋ ਰਿਹਾ। In the future, I have thought one day, at some point, just to come to Cyprus without telling anyone. ਤੇ ਅੱਗੇ ਭਵਿੱਖ ਦੇ ਵਿੱਚ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਸਾਈਪ੍ਰਸ ਆਉਂਗਾ ਬਿਨਾਂ ਕਿਸੇ ਨੂੰ ਦੱਸੇ। Just come in the Sunday meeting in the morning without telling anyone. ਤੇ ਮੈਂ ਕਿਸੇ ਨੂੰ ਨਹੀਂ ਦੱਸੂਗਾ, ਸਿਰਫ ਮੈਂ ਸੰਡੇ ਮੀਟਿੰਗਸ ਦੇ ਵਿੱਚ ਹੀ ਆਉਂਗਾ ਸਵੇਰੇ। Some people might get a heart attack. ਤੇ ਮੈਨੂੰ ਲੱਗਦਾ ਕਿ ਕਈ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾਊਗਾ। So I will be very careful as well. ਤੇ ਮੈਨੂੰ ਇਸ ਕਰਕੇ ਬਹੁਤ ਕੇਅਰਫੁਲ ਹੋਣਾ ਪੈਣਾ। No, the Lord has to take all the glory. I was joking. Yeah, I do not want any attention for myself. ਤੇ ਮੈਂ ਇਸ ਦਾ ਮਜ਼ਾਕ ਕਰ ਰਿਹਾ, ਪਰ ਜੋ ਇਸ ਦੀ ਮਹਿਮਾ ਸਿਰਫ खुदा ਨੂੰ ਜਾਵੇ। ਮੈਂ ਇਸ ਵਿੱਚ ਕੋਈ ਵੀ ਆਪਣੇ ਆਪ ਨੂੰ ਮਹਿਮਾ नहीं देना चाहता। दो लोगों ने कमेंट किया कि उनको चाहिए कि मैं ऐसे आऊं। 2 लोगों ने कमेंट किया है। हालेलुया। तो देखता हूं, मैं सोचूंगा। Praise the Lord. Hallelujah. So now in verse 7, all of them woke up. ਤੇ ਜਿੱਦਾਂ ਕਿ 7 ਆਇਤ ਵਿੱਚ ਲਿਖਿਆ ਕਿ ਉਹ ਸਾਰੀਆਂ 10 ਕੁਆਰੀਆਂ ਉੱਠ ਗਈਆਂ। And they started trimming their lamps. ਤੇ ਉਹਨਾਂ ਨੇ ਆਪਣੇ ਜਿਹੜੇ ਮਿਸਾਲਾਂ ਨੂੰ ਉਹਨਾਂ ਨੂੰ ਚਲਾਉਣਾ ਸ਼ੁਰੂ ਕੀਤਾ। Now this was not something they should have done at this point. The lamps has to be trimmed, I believe, before. ਤੇ ਮੇਰੀ ਇਹ ਸੋਚ ਹੈ ਕਿ ਉਹਨਾਂ ਨੇ ਇਸ ਟਾਈਮ ਤੇ ਉਹਨਾਂ ਮਸਾਲਿਆਂ ਨੂੰ ਨਹੀਂ ਚਲਾਇਆ, ਪਰ ਉਹ ਪਹਿਲਾਂ ਤੋਂ ਹੀ ਚੱਲ ਰਹੀਆਂ ਸੀ। And even the wise ones are trimming their lamps now. ਤੇ ਪਰ ਮੈਨੂੰ ਲੱਗਦਾ ਕਿ ਜੋ ਮੂਰਖ ਸੀ ਉਹ ਇਸ ਸਮੇਂ ਆਪਣੀ ਮਸਾਲਾ ਚਲਾ ਰਹੀਆਂ ਨੇ। ਮੂਰਖ ਵਾਲੇ ਨਹੀਂ, even the wise ones. ਓਕੇ ਕੀ ਮੈਨੂੰ ਲੱਗ ਰਿਹਾ ਕਿ ਜੋ ਸਮਝਦਾਰ ਸੀ ਉਹ ਇਸ ਸਮੇਂ ਆਪਣੀ ਮਸਾਲਾ ਨੂੰ ਚਲਾ ਰਹੀਆਂ ਨੇ। And what is there today that you need to trim in your life? ਤੇ ਹੁਣ ਤੁਸੀਂ ਇਹ ਦੇਖੋ ਕਿ ਤੁਹਾਨੂੰ ਇਸ ਸਮੇਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਚੀਜ਼ ਨੂੰ ਚਲਾਉਣਾ ਚਾਹੀਦਾ ਹੈ। I believe there are many things that we can trim. In English, we could even say fine tuning. ਤੇ ਮੈਨੂੰ ਲੱਗਦਾ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚੀਜ਼ਾਂ ਨੂੰ ਕੱਟਣਾ ਚਾਹੀਦਾ ਹੈ, ਤੇ ਇੰਗਲਿਸ਼ ਦੇ ਵਿੱਚ ਇਸ ਨੂੰ ਕਹਿੰਦੇ ਆ ਫਾਈਨ ਟਿਊਨਿੰਗ। ਫਾਈਨ ਟਿਊਨਿੰਗ ਕਿ ਸਹੀ ਕਰਨਾ। ਹਾਂ, praise God. So the foolish ones said to the wise ones, give us some of your oil. Our lamps are going out. ਤੇ ਜੋ ਮੂਰਖ ਸੀ ਉਹਨਾਂ ਨੇ ਸਮਝਦਾਰਾਂ ਨੂੰ ਕਿਹਾ ਕਿ ਸਾਨੂੰ ਥੋੜਾ ਜਿਹਾ ਤੇਲ ਦੇ ਦਿਓ, ਜੋ ਸਾਡੀ ਮਸਾਲਿਆਂ ਨੇ ਬੁਝ ਰਹੀਆਂ ਨੇ। You see, their oil was running out. ਤੇ ਤੁਸੀਂ ਦੇਖ ਰਹੇ ਕਿ ਉਹਨਾਂ ਦਾ ਤੇਲ ਖਤਮ ਹੋ ਗਿਆ। They did not have anything more to keep them going on. ਤੇ ਉਹਨਾਂ ਕੋਲ ਹੋਰ ਜ਼ਿਆਦਾ ਤੇਲ ਨਹੀਂ ਸੀ ਕਿ ਤਾਂ ਕਿ ਆਪਣੀ ਮਸਾਲਿਆਂ ਨੂੰ ਚਲਾ ਸਕਣ ਜਾਂ ਚੱਲਦੀਆਂ ਰੱਖ ਸਕਣ। You and I need
our relationship to be strong with the Lord, so that we do not depend on the oil of others. We need our own oil. ਤੇ ਇੱਥੇ ਸਾਡਾ ਮੇਰਾ ਤੇ ਤੁਹਾਡਾ ਰਿਸ਼ਤਾ ਖੁਦਾਵੰਦ ਦੇ ਨਾਲ ਇੰਨਾ ਜ਼ਿਆਦਾ ਗੂੜਾ ਹੋਣਾ ਚਾਹੀਦਾ ਕਿ ਸਾਨੂੰ ਦੂਜਿਆਂ ਦੇ ਉੱਪਰ ਆਪਣਾ ਨਿਰਭਰ ਨਹੀਂ ਕਰਨਾ ਚਾਹੀਦਾ, ਕਿ ਅਸੀਂ ਦੂਜਿਆਂ ਦੇ ਤੇਲ ਦੇ ਵੱਲ ਨਾ ਦੇਖੀਏ, ਕਿ ਸਾਡਾ ਖੁਦ ਦਾ ਹੀ ਖੁਦਾ ਨਾਲ ਇੱਕ ਮਜ਼ਬੂਤ ਰਿਸ਼ਤਾ ਹੋਣਾ ਚਾਹੀਦਾ। I cannot rely on my wife that she will read the Bible for me, that she will pray for me. Neither my pastors. I need to read my Bible. I need to pray, and I need to do it for myself. ਤੇ ਇੱਥੇ ਇਹ ਨਹੀਂ ਹੋਣਾ ਚਾਹੀਦਾ ਕਿ ਮੇਰੀ ਘਰ ਵਾਲੀ ਮੇਰੇ ਲਈ ਪ੍ਰਾਰਥਨਾ ਕਰੇ, ਮੇਰੀ ਘਰ ਵਾਲੀ ਮੇਰੇ ਲਈ ਬਾਈਬਲ ਪੜ੍ਹੇ, ਜਾਂ ਮੇਰਾ ਪਾਸਟਰ ਜਾਂ ਮੇਰਾ ਹੋਰ ਘਰ ਦਾ ਕੋਈ ਰਿਸ਼ਤੇਦਾਰ ਮੇਰੇ ਲਈ ਬਾਈਬਲ ਪੜ੍ਹ ਕੇ ਪ੍ਰਾਰਥਨਾ ਕਰੇ। ਇੱਥੇ ਮੈਨੂੰ ਹੀ ਸਭ ਕੁਝ yes God yes ਤੇ ਇੱਥੇ ਮੈਨੂੰ ਹੀ ਆਪਣੀ ਬਾਈਬਲ ਆਪਣੇ ਆਪ ਪੜ੍ਹਨੀ ਪੈਣੀ ਆ। So you and I have to do it for ourselves. ਤੇ ਤੁਸੀਂ ਤੇ ਮੈਨੂੰ ਆਪਣੇ ਇਹ ਬਾਈਬਲ ਤੇ ਪ੍ਰਾਰਥਨਾ ਆਪਣੇ ਆਪ ਖੁਦ ਹੀ ਕਰਨੀ ਚਾਹੀਦੀ ਆ। Yes, we as a church are praying for the whole church, especially on a Tuesday we pray for the whole church. ਤੇ ਹਾਂ ਕਿ ਇੱਕ ਚਰਚ ਹੋਣ ਦੇ ਨਾਤੇ ਸਾਨੂੰ ਚਰਚ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਤੇ ਸਪੈਸ਼ਲੀ ਅਸੀਂ ਮੰਗਲਵਾਰ ਨੂੰ ਚਰਚ ਦੇ ਲਈ ਦੁਆ ਕਰਦੇ ਹਾਂ। The Dekbal leaders take extra responsibility to pray for their group leaders. ਤੇ ਜੋ ਵੀ ਦੇਖਭਾਲ ਲੀਡਰ ਨੇ ਆਪਣੇ ਗਰੁੱਪ ਦੇ ਨਾਲ ਗੱਲਬਾਤ ਕਰਦੇ ਨੇ, ਤੇ ਜੋ ਉਹਨਾਂ ਦੇ ਗਰੁੱਪ ਦੇ ਵਿੱਚ ਮੈਂਬਰ ਨੇ ਉਹਨਾਂ ਲਈ ਉਹ ਦੁਆ ਕਰਦੇ ਨੇ। We have next week a night prayer coming up. We will be starting prayer at around 10 o'clock in the night. We will be praying for the church and for you. ਤੇ ਜਿਸ ਤਰ੍ਹਾਂ ਕਿ ਅਸੀਂ ਅਗਲੇ ਹਫਤੇ ਅਸੀਂ ਆਨਲਾਈਨ ਪ੍ਰੇਅਰ ਕਰਾਂਗੇ, ਜੋ ਪ੍ਰੇਅਰ 10 ਵਜੇ ਸ਼ੁਰੂ ਹੋਣਗੇ, ਉਸ ਵਿੱਚ ਅਸੀਂ ਤੁਹਾਡੇ ਲਈ ਤੇ ਚਰਚ ਦੀ ਜ਼ਰੂਰਤਾਂ ਦੇ ਲਈ ਦੁਆ ਕਰਾਂਗੇ। It's only the frontline team and the helpers in that prayer. ਤੇ ਉਸ ਦੁਆ ਵਿੱਚ ਸਿਰਫ ਫਰੰਟਲਾਈਨ ਟੀਮ ਤੇ ਹੈਲਪਰਸ ਲੋਕ ਹੋਣਗੇ। And we pray a lot for people. ਤੇ ਅਸੀਂ ਬਹੁਤ ਜ਼ਿਆਦਾ ਲੋਕਾਂ ਲਈ ਦੁਆ ਕਰਦੇ ਹਾਂ। But I want to say that we, or I as an individual, I must take responsibility for my prayer life. I need to keep the oil burning in my life. ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਖੁਦ ਨੂੰ ਆਪਣੀ ਪ੍ਰੇਅਰ ਲਾਈਫ ਨੂੰ ਮਜ਼ਬੂਤ ਕਰਨਾ ਚਾਹੀਦਾ, ਮੈਨੂੰ ਖੁਦ ਨੂੰ ਆਪਣੀ ਆਤਮਿਕ ਜ਼ਿੰਦਗੀ ਦੀ ਦੇਖਭਾਲ ਕਰਨੀ ਚਾਹੀਦੀ ਆ। And so they asked for the oil from the wise ones, but the wise ones said, sorry, we can't give you, it will not be enough for us. ਤੇ ਜਦੋਂ ਉਹਨਾਂ ਮੂਰਖ ਕੁਆਰੀਆਂ ਨੇ ਸਮਝਦਾਰ ਕੁਆਰੀਆਂ ਨੂੰ ਕਿਹਾ ਕਿ ਸਾਨੂੰ ਥੋੜਾ ਜਿਹਾ ਤੇਲ ਦੇ ਦਿਓ, ਤਾਂ ਉਹਨਾਂ ਨੇ ਕਿਹਾ ਕਿ ਇਹ ਸਾਡੇ ਲਈ, ਅਗਰ ਅਸੀਂ ਤੈਨੂੰ ਇਹ ਤੇਲ ਦੇ ਦਿੱਤਾ ਸਾਡੇ ਲਈ ਥੋੜਾ ਪੈ ਜਾਵੇਗਾ। And so they went to buy the oil. ਤੇ ਉਸ ਟਾਈਮ ਉਹ ਤੇਲ ਖਰੀਦਣ ਦੇ ਲਈ ਗਈਆਂ। And by the time they came, it was too late. The door was closed. They were not allowed to be with the bridegroom to enjoy the wedding feast. Okay. ਤੇ ਜਦੋਂ ਤੇਲ ਲੈ ਕੇ ਵਾਪਸ ਆਈਆਂ, ਤਾਂ ਉਸ ਸਮੇਂ ਜੋ ਮੈਰਿਜ ਪੈਲੇਸ ਦਾ ਜਾਂ ਜੋ ਵੀ ਜਗ੍ਹਾ ਦਾ ਜੋ ਦਰਵਾਜ਼ਾ ਸੀ ਉਹ ਬੰਦ ਹੋ ਗਿਆ, ਤੇ ਉਹਨਾਂ ਨੂੰ ਅੰਦਰ ਆਉਣ ਨਹੀਂ ਦਿੱਤਾ। And so please have your oil with you. ਤੇ ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਆਪਣਾ ਤੇਲ ਆਪਣੇ ਨਾਲ ਰੱਖੋ। Yeah, there is always a room as we pray for people in the church, that is of the Lord, that is okay. But when we rely on other people only praying for us, that is wrong. ਤੇ ਹਾਂ ਕਿ ਇੱਕ ਚਰਚ ਹੋਣ ਦੇ ਨਾਤੇ ਅਸੀਂ ਇੱਕ ਦੂਜੇ ਲਈ ਦੁਆ ਕਰਦੇ ਹਾਂ, ਪਰ ਅਸੀਂ ਜਦੋਂ ਆਪਣੀ ਖੁਦ ਦੀ ਆਤਮਿਕ ਜ਼ਿੰਦਗੀ ਨੂੰ ਦੂਜੇ ਦੇ ਉੱਪਰ ਨਿਰਭਰ ਕਰਦੇ ਹਾਂ ਤਾਂ ਉਹ ਗਲਤ ਚੀਜ਼ ਆ। Because Bible says, if you're sick, call on the elders. You don't need to pray for yourself. You can pray for yourself. Bible says in James, when you're sick, call on the elders of the church. They will come and pray for you. That is biblical. ਤੇ ਜਾਕੂਬ ਦੀ ਕਿਤਾਬ ਦੇ ਵਿੱਚ James. ਤੇ ਯਾਕੂਬ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਤੂੰ ਬਿਮਾਰ ਹੈ ਤਾਂ ਆਪਣੇ ਬਜ਼ੁਰਗਾਂ ਨੂੰ, ਆਪਣੇ ਚਰਚ ਦੇ ਜੋ ਬਜ਼ੁਰਗ ਨੇ ਉਹਨਾਂ ਨੂੰ ਬੁਲਾਓ, ਤੇਰੇ ਲਈ ਦੁਆ ਕਰਨਗੇ। So there is a place for that as well. ਤੇ ਇੱਥੇ ਉਸ ਜਗ੍ਹਾ ਦੀ ਜਗ੍ਹਾ ਕਿ ਤੁਹਾਡੇ ਲਈ ਚਰਚ ਦੇ ਬਜ਼ੁਰਗ ਆ ਕੇ ਤੁਹਾਡੇ ਲਈ ਦੁਆ ਕਰਨ। But we need to cultivate and develop our own relationship with the Lord. ਤੇ ਪਰ ਸਾਨੂੰ ਹਮੇਸ਼ਾ ਲਗਾਤਾਰ ਦੁਆ ਦੇ ਵਿੱਚ ਲੱਗੇ ਰਹਿਣਾ ਚਾਹੀਦਾ, ਤਾਂ ਕਿ ਅਸੀਂ ਆਪਣਾ ਜੋ ਖੁਦਾਵੰਦ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਬਣਾ ਸਕੀਏ। Also, it is important that the 5 foolish ones all were speaking negative. Maybe they were not excited about their Christian life. They were not passionate, and that's why maybe they had no motivation. ਉਹਨਾਂ ਦੇ ਵਿੱਚ ਕੋਈ ਵੀ ਜੋ ਮੂਰਖ ਕੁਆਰੀਆਂ ਸੀ, ਉਹਨਾਂ ਦੇ ਵਿੱਚ ਕੋਈ ਵੀ ਉਤਸ਼ਾਹ ਨਹੀਂ ਸੀ ਕਿ ਖੁਦਾਵੰਦ ਨੇ ਆਣਾ, ਲਾੜੇ ਨੇ ਆਣਾ, ਨਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਵੀ ਗਲਤ ਵਿਚਾਰ ਚੱਲ ਰਹੇ ਹੋਣੇ ਨੇ, ਇਸ ਕਰਕੇ ਉਹਨਾਂ ਨੂੰ ਜ਼ਿਆਦਾ ਸਮਝ ਨਹੀਂ ਸੀ ਇਸ ਚੀਜ਼ ਦੀ।
They were all Christians. They were all in the church. ਪਰ ਉਹ ਸਾਰੇ ਮਸੀਹ ਉਹ ਪੰਜੇ ਕੁਆਰੀਆਂ ਮਸੀਹ ਸੀ, ਉਹ ਸਾਰੀ ਚਰਚ ਵਿੱਚ ਆਉਂਦੀਆਂ ਸੀ। But there was something missing in their life. ਪਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਮਿਸ ਸੀ, ਕੁਝ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੈ ਨਹੀਂ ਸੀ। They were just in survival mode. They didn't want more of God. ਤੇ ਉਹ ਸਿਰਫ ਖੁਦਾ ਦੇ ਨਾਲ ਚੱਲ ਰਹੀ ਸੀ, ਪਰ ਉਹ ਖੁਦਾ ਤੋਂ ਹੋਰ ਜ਼ਿਆਦਾ ਨਹੀਂ ਚਾਹ ਰਹੀ ਸੀ। And that's why I believe there was no much motivation to have oil in their lamps, and especially extra oil. ਤੇ ਇੱਥੇ ਮੇਰਾ ਮੰਨਣਾ ਹੈ ਕਿ ਉਹਨਾਂ ਦੀ ਕੁੱਪੀਆਂ ਦੇ ਵਿੱਚ ਇਸ ਕਰਕੇ ਜ਼ਿਆਦਾ ਤੇਲ ਨਹੀਂ ਸੀ, ਕਿਉਂਕਿ ਉਹ ਉਤਸ਼ਾਹਿਤ ਨਹੀਂ ਸੀ, ਤੇ ਤਾਂ ਨਾ ਹੀ ਉਹਨਾਂ ਕੋਲ ਇਸ ਕਰਕੇ ਜ਼ਿਆਦਾ ਤੇਲ ਸੀ। Because when we are excited about the Lord and our relationship with Him, we will have extra jars of oil with us. ਤੇ ਜਦੋਂ ਅਸੀਂ ਖੁਦਾਵੰਦ ਲਈ ਉਤਸ਼ਾਹਿਤ ਹੋਵਾਂਗੇ ਤੇ ਸਾਡਾ ਖੁਦਾਵੰਦ ਨਾਲ ਇੱਕ ਬਹੁਤ ਮਜ਼ਬੂਤ ਰਿਸ਼ਤਾ ਹੋਵੇਗਾ, ਤਾਂ ਉਸ ਸਮੇਂ ਸਾਡੇ ਕੋਲ ਸਾਡੀ ਕੁੱਪੀਆਂ ਦੇ ਵਿੱਚ ਤਾਂ ਤੇਲ ਹੋਵੇਗਾ, ਬਲਕਿ ਸਾਡੇ ਕੋਲ ਹੋਰ ਜ਼ਿਆਦਾ ਤੇਲ ਵੀ ਹੋਵੇਗਾ। You know, one of the things that I really like when I am in Cyprus, that people try to organize their holidays with their employees to spend time with us. I really love that. ਮੈਨੂੰ ਤੁਹਾਡੇ ਵਿੱਚ ਇੱਕ ਬਹੁਤ ਚੰਗੀ ਗੱਲ ਲੱਗਦੀ ਹੈ ਕਿ ਜਦੋਂ ਮੈਂ ਸਾਈਪਰਸ ਦੇ ਵਿੱਚ ਆਉਣਾ ਤਾਂ ਲੋਕ ਆਪਣੇ ਮਾਲਕਾਂ ਦੇ ਨਾਲ ਛੁੱਟੀਆਂ ਦਾ ਗੱਲਬਾਤ ਕਰਦੇ ਤਾਂ ਕਿ ਉਹ ਪਾਸਟਰੀ ਨਾਲ ਜ਼ਿਆਦਾ ਸਮਾਂ ਗੁਜ਼ਾਰ ਸਕਣ। They really care about the time that we come and that they can be with us and they can get blessed through us. ਤੇ ਉਹ ਸਾਡੇ ਨਾਲ ਸਮਾਂ ਗੁਜ਼ਾਰਦੇ ਨੇ ਤੇ ਉਸ ਸਮੇਂ ਨੂੰ ਉਹ ਮੈਨੇਜ ਕਰਕੇ ਰੱਖਦੇ ਨੇ ਤਾਂ ਕਿ ਉਹ ਖੁਦਾਵੰਦ ਤੋਂ ਬਰਕਤਾਂ ਲੈ ਸਕਣ ਤੇ ਸਾਡੇ ਤੋਂ ਬਰਕਤਾਂ ਲੈ ਸਕਣ। And we always open the church and we say, come and sleep in the church, eat with us, don't worry about anything, and I enjoy that. ਤੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਚਰਚ ਆਓ, ਚਰਚ ਵਿੱਚ ਸੋਵੋ, ਚਰਚ ਵਿੱਚ ਖਾਣਾ ਖਾਓ, ਤੇ ਮੈਂ ਇਸ ਚੀਜ਼ ਨਾਲ ਮੈਂ ਬਹੁਤ ਖੁਸ਼ ਹੁੰਦਾ। And some people, it doesn't matter to them. It's okay. There is an evening meeting, we might go. Oh, pastor is here. Oh, he will come again in August or June. It's okay. ਤੇ ਕਈ ਲੋਕ ਉਤਸ਼ਾਹਿਤ ਨਹੀਂ ਹੁੰਦੇ ਕਿ ਹਾਂ ਚਲ ਅਸੀਂ ਕੋਈ ਨਾ ਸ਼ਾਮ ਨੂੰ ਮੀਟਿੰਗ ਦੇ ਵਿੱਚ ਚਲੇ ਜਾਵਾਂਗੇ, ਚਰਚ ਦੇ ਵਿੱਚ ਚਲੇ ਜਾਵਾਂਗੇ, ਕੋਈ ਨਾ ਪਾਸਟਰ ਨੇ ਅਗਲੀ ਵਾਰ ਵੀ ਆ ਹੀ ਜਾਣਾ। Hallelujah. Please have your oil in your lamp and try to be in the fellowship as much as you can, and especially when we are coming, be with us. ਪਲੀਜ਼ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਆਪਣੀ ਕੁੱਪੀਆਂ ਦੇ ਵਿੱਚ ਤੇਲ ਰੱਖੋ ਤੇ ਆਪਣੇ ਜੋ ਚਰਚ ਦੀਆਂ ਮੀਟਿੰਗ ਹੁੰਦੀ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜੋ ਤਾਂ ਜੋ ਤੁਹਾਡਾ ਖੁਦਾ ਦੇ ਨਾਲ ਇੱਕ ਗੂੜਾ ਰਿਸ਼ਤਾ ਹੋਵੇ। Hallelujah. It's nothing about us, but it is the Spirit of God working through us for your blessing. ਇਹ ਸਾਡੇ ਲਈ ਨਹੀਂ ਹੈ ਬਲਕਿ ਇਸ ਵਿੱਚ ਖੁਦਾ ਦਾ ਆਤਮਾ ਗੱਲਬਾਤ ਕਰਦਾ। Amen, amen. Praise God. So in verse 12 they said, when they were knocking on the door, the door was open and the Lord said, I don't know you. ਤੇ ਜਦੋਂ ਦਰਵਾਜ਼ਾ ਉਸ ਮਹਿਲ ਦਾ ਦਰਵਾਜ਼ਾ ਖੜਕਾ ਰਹੀ ਸੀ ਤਾਂ ਖੁਦਾਵੰਦ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਤੁਸੀਂ ਕੌਣ, ਮੈਂ ਤੁਹਾਨੂੰ ਨਹੀਂ ਜਾਣਦਾ। Now, this is a very shocking statement. ਇਹ ਬਹੁਤ ਹੀ ਹੈਰਾਨ ਕਰਨ ਦੇਣ ਵਾਲਾ ਆਨਸਰ ਆ। They were Christians, they were in the church, they were in the kingdom of God, and now the Lord is saying, I don't know you. ਤੇ ਉਹ ਕ੍ਰਿਸਚੀਅਨ ਨੇ, ਉਹ ਡੇਲੀ ਚਰਚ ਆਉਣ ਵਾਲੇ ਨੇ, ਖੁਦਾ ਦੇ ਨਾਲ ਉਹਨਾਂ ਦਾ ਰਿਸ਼ਤਾ ਹੈ, ਤੇ ਪਰ ਐਂਡ ਦੇ ਵਿੱਚ ਖੁਦਾ ਨੇ ਉਹਨਾਂ ਨੂੰ ਕੀ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। Maybe there was a time in their life that they fell back, they gave up their hope, their faith even. Maybe that's why the Lord said, I don't know you. ਤੇ ਮੈਨੂੰ ਲੱਗਦਾ ਕਿ ਕੋਈ ਇਹੋ ਜਿਹਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਮਾਂ ਆਇਆ ਹੋਊਗਾ ਕਿ ਉਹਨਾਂ ਨੇ ਖੁਦਾਵੰਦ ਤੋਂ ਪਿੱਛੇ ਹੋ ਗਏ ਨੇ, ਜਾਂ ਖੁਦਾ ਤੋਂ ਉਹ ਬੇਆਸ ਹੋ ਗਏ ਹੋਣੇ ਆ, ਜਾਂ ਖੁਦਾਵੰਦ ਤੋਂ ਉਹਨਾਂ ਦਾ ਵਿਸ਼ਵਾਸ ਸੀ ਜੋ ਟੁੱਟ ਗਿਆ ਹੋਣਾ, ਇਸ ਕਰਕੇ ਖੁਦਾਵੰਦ ਨੇ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। That I don't know you means they did not have that relationship with Jesus. ਤੇ ਜੋ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਉਸਦਾ ਮਤਲਬ ਕੀ ਹੈ ਕਿ ਉਹਨਾਂ ਦਾ ਖੁਦਾਵੰਦ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਨਹੀਂ ਆ। They came to church just for the sake of coming. They went for other meetings for the sake of going, and they just kept the relationship with the church just for the sake. But God is saying, I want to know you. It's about you having that oil and jars of oil in you. ਤੇ ਸਿਰਫ ਉਹ ਚਰਚ ਦੇ ਵਿੱਚ ਆਉਂਦੇ ਨੇ ਜਾਂ ਹੋਰ ਮੀਟਿੰਗਾਂ ਦੇ ਵਿੱਚ ਜਾਂਦੇ ਨੇ ਜਾਂ ਖੁਦਾਵੰਦ ਨਾਲ ਦਾ ਰਿਸ਼ਤਾ ਸਿਰਫ ਇੱਕ ਆਮ ਤੌਰ ਤੇ ਇੱਕ ਗੂੜਾ ਰਿਸ਼ਤਾ ਨਹੀਂ ਆ, ਪਰ ਖੁਦਾਵੰਦ ਉਹਨਾਂ ਨੂੰ ਉੱਥੇ ਖੁਦਾਵੰਦ ਕੀ ਚਾਹੁੰਦਾ ਸੀ ਕਿ ਉਹਨਾਂ ਦਾ ਖੁਦਾਵੰਦ ਦੇ ਨਾਲ ਗੂੜਾ ਰਿਸ਼ਤਾ ਹੋਵੇ, ਤਾਂ ਖੁਦਾਵੰਦ ਨੂੰ ਇੱਕ ਅੱਛੀ ਇਮਾਨਦਾਰੀ ਨਾਲ ਖੁਦਾਵੰਦ ਦੇ ਰਾਜ ਨੂੰ ਲੱਭਣ। In verse 13 there it says, therefore keep watch. ਤੇ ਜਿਸ ਤਰ੍ਹਾਂ ਕਿ ਵਰਸ 13 ਦੇ ਵਿੱਚ ਲਿਖਿਆ ਹੋਇਆ ਕਿ ਦੇਖ means ਜਾਗਦੇ ਰਹੋ। It is very important to be alert and to be watchful. I've been saying this many times to you guys. ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਹਮੇਸ਼ਾ ਜਾਗਦੇ ਰਹੋ ਤੇ ਹਮੇਸ਼ਾ
ਚੁਕੰਨੇ ਰਹੋ। ਮੈਂ ਤੁਹਾਨੂੰ ਬਹੁਤ ਵਾਰ ਇਹ ਗੱਲ ਕਹਿ ਚੁੱਕਿਆ। Because they were late, they missed the wedding feast. ਤੇ ਕਿ ਉਹ ਲੇਟ ਹੋ ਗਏ ਤੇ ਉਹਨਾਂ ਨੇ ਉਸ ਮੈਰਿਜ ਨੂੰ ਉਸ ਤਿਉਹਾਰ ਨੂੰ ਮਿਸ ਕਰ ਦਿੱਤਾ। We had a wedding last year of Davinder and Ramandeep. ਤੇ ਲਾਸਟ ਸਾਲ ਸਾਡੇ ਕੋਲ ਸਾਡੀ ਚਰਚ ਦੇ ਵਿੱਚ ਦਵਿੰਦਰ ਤੇ ਰਮਨਦੀਪ ਦੀ ਵਿਆਹ ਹੋਇਆ। And we had to wait for a long time for Ramandeep to come to church. ਤੇ ਅਸੀਂ ਉੱਥੇ ਰਮਨਦੀਪ ਦੀ ਬਹੁਤ ਜ਼ਿਆਦਾ ਉਡੀਕ ਕੀਤੀ ਕਿ ਚਰਚ ਦੇ ਵਿੱਚ ਆਵੇ। And Davinder did not say to me, "Oh, now she's not coming. Let's cancel the wedding." ਤੇ ਪਰ ਦਵਿੰਦਰ ਨੇ ਮੈਨੂੰ ਨਹੀਂ ਕਿਹਾ ਕਿ ਰਮਨਦੀਪ ਹੁਣ ਨਹੀਂ ਆਵੇਗੀ, ਚਲੋ ਆਪਾਂ ਮੈਰਿਜ ਨੂੰ ਕੈਨਸਲ ਕਰਦੇ ਹਾਂ। We were excited. We were waiting in excitement. We had oil in our lamps. Hallelujah. ਤੇ ਅਸੀਂ ਇੱਕ ਉਤਸ਼ਾਹ ਦੇ ਵਿੱਚ ਸੀ ਕਿ ਤੇ ਸਾਡੀ ਮਸਾਲਾਂ ਦੇ ਵਿੱਚ ਤੇਲ ਸੀ ਕਿ ਰਮਨਦੀਪ ਆਵੇਗੀ। And boom, after a while, Ramandeep came through that door. Hallelujah. ਤੇ ਜਦੋਂ ਰਮਨਦੀਪ ਦਰਵਾਜ਼ੇ ਤੇ ਆਈ ਤਾਂ ਬਹੁਤ ਵਧੀਆ ਹੋਇਆ। So wait on the Lord. He is coming. ਤੇ ਖੁਦਾਵੰਦ ਦੀ ਉਡੀਕ ਕਰੋ, ਖੁਦਾਵੰਦ ਆ ਰਹੇ। Do not go to sleep, ਸੌਣ ਲਈ ਨਾ ਜਾਓ। because you're going to miss a lot that God has got for you. ਤੇ ਜੋ ਖੁਦਾਵੰਦ ਤੁਹਾਡੇ ਲਈ ਬੁਲਾਹਟ ਆਤਾ ਤੁਸੀਂ ਉਸ ਚੀਜ਼ ਨੂੰ ਗਵਾ ਦੋਗੇ। God wants to position you in a way that His will be fulfilled through your life. ਤੇ ਕਿ ਖੁਦਾਵੰਦ ਤੁਹਾਨੂੰ ਇੱਕ ਪੋਜੀਸ਼ਨ ਦੇ ਲਈ ਚੁਣਿਆ ਹੋਇਆ ਤਾਂ ਜੋ ਖੁਦਾਵੰਦ ਤੁਹਾਡੇ ਲਈ ਕੋਲਿੰਗ ਉਸ ਨੂੰ ਪੂਰਾ ਕਰ ਸਕੇ। No, God wants to position you in a way that He wants to fulfill His will through your life. He is putting you in a place. ਤੇ ਖੁਦਾਵੰਦ ਤੁਹਾਡੇ ਵਿੱਚ ਇੱਕ ਰਸਤਾ ਚਾਹੁੰਦਾ ਤਾਂ ਕਿ ਜੋ ਖੁਦਾਵੰਦ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਛਾ ਉਸ ਚੀਜ਼ ਨੂੰ ਖੁਦਾਵੰਦ ਪੂਰਾ ਕਰ ਸਕੇ। His plans are very good. ਤੇ ਖੁਦਾਵੰਦ ਦੇ ਜੋ ਪਲਾਨਸ ਨੇ ਸਾਡੇ ਲਈ ਬਹੁਤ ਜ਼ਿਆਦਾ ਚੰਗੇ ਨੇ। So it is down to us how we respond. ਤੇ ਸਾਡੇ ਤੇ ਕਿ ਅਸੀਂ ਉਸ ਚੀਜ਼ ਦਾ ਉੱਤਰ ਕਿਸ ਤਰ੍ਹਾਂ ਦਿੰਨੇ ਆ। It's very important that we have the attitude like the wise virgins. ਤੇ ਇਹ ਸਾਡੇ ਲਈ ਬਹੁਤ ਜ਼ਿਆਦਾ ਚੰਗੀ ਗੱਲ ਹੋਵੇ ਕਿ ਜੋ ਸਾਡਾ ਰਵੱਈਆ ਉਸ ਸਮਝਦਾਰ ਕੁਆਰੀਆਂ ਦੇ ਵਰਗਾ ਹੋਵੇਗਾ। That we are ready. ਤੇ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ। We are ready. We go on time to church on a Sunday. We are excited about it. ਤੇ ਸਾਨੂੰ ਹਮੇਸ਼ਾ ਸੰਡੇ ਮੀਟਿੰਗ ਦੇ ਵਿੱਚ ਇੱਕ ਉਤਸ਼ਾਹ ਦੇ ਨਾਲ ਦੇ ਸਮੇਂ ਸਿਰ ਜਾਣਾ ਚਾਹੀਦਾ। Even on Wednesdays, we know it's a Wednesday. We are ready. We know 6 o'clock in Cyprus time. Sorry, 8 o'clock. London time is 6 o'clock. We are ready. From 7:30 we are ready. We are waiting for the meeting to start. Hallelujah. ਤੇ ਜਿਸ ਤਰ੍ਹਾਂ ਕਿ ਜੋ ਵੀ ਆਪਣੀ ਬੁੱਧਵਾਰ ਦੀ ਮੀਟਿੰਗ ਹੁੰਦੀ ਹੈ 8 ਵਜੇ ਤਾਂ ਸਾਨੂੰ 7:30 ਵਜੇ ਤਿਆਰ ਰਹਿਣਾ ਚਾਹੀਦਾ ਕਿ ਇੱਕ ਉਤਸ਼ਾਹ ਦੇ ਵਿੱਚ ਬਣੇ ਰਹਿਣਾ ਚਾਹੀਦਾ ਕਿ 8 ਵਜੇ ਸਾਡੀ ਚਰਚ ਦੀ ਮੀਟਿੰਗ ਸ਼ੁਰੂ ਹੋਣੀ। The other Skype meetings, we are ready. We're looking forward. Wow, we're going to be on Skype. It's the Palimiko meeting. It is the Athino meeting. It's the Saturday meeting. We have to be excited about church and about the Lord. ਤੇ ਸਾਨੂੰ ਇੱਕ ਉਤਸ਼ਾਹ ਦੇ ਵਿੱਚ ਬਣੇ ਰਹਿਣਾ ਚਾਹੀਦਾ ਕਿ ਅੱਜ ਸਾਡੀ ਸਕਾਈਪ ਤੇ ਮੀਟਿੰਗ ਆ, ਸਾਡੀ ਪਾਲੀਮੈਥਕੋ ਮੀਟਿੰਗ ਆ ਜਾਂ ਥਿਨੋ ਮੀਟਿੰਗ ਆ, ਤੇ ਸਾਨੂੰ ਇੱਕ ਉਤਸ਼ਾਹ ਦੇ ਵਿੱਚ ਬਣੇ ਰਹਿਣਾ ਚਾਹੀਦਾ। Now we are going to start the new meetings from June. Mel Milap, Galbat meeting. Hallelujah. ਤੇ ਜੂਨ ਦੇ ਅਗਲੇ ਮਹੀਨੇ ਜੂਨ ਦੇ ਵਿੱਚ ਇੱਕ ਅਸੀਂ ਨਵੀਂ ਮੀਟਿੰਗ ਸ਼ੁਰੂ ਕਰ ਰਹੇ ਹਾਂ ਜੋ ਕਿ ਮੇਲ ਮਿਲਾਪ ਦੀ ਮੀਟਿੰਗ ਆ। So every group will have their own meetings with their group leader. It's going to be exciting for the church. ਜੋ ਵੀ ਆਪਣੀ ਚਰਚ ਦੇ ਗਰੁੱਪ ਨੇ ਉਹਨਾਂ ਦੀ ਆਪਣੇ ਗਰੁੱਪ ਮੈਂਬਰਸ ਦੇ ਨਾਲ ਅਲੱਗ-ਅਲੱਗ ਮੀਟਿੰਗ ਹੋਣਗੀਆਂ। So that each group will be like a little family, and there will be the bonding, and they will grow in love and friendship for each other. ਤੇ ਤਾਂ ਕਿ ਜੋ ਚਰਚ ਦੇ ਗਰੁੱਪ ਨੇ ਉਹਨਾਂ ਦੇ ਵਿੱਚ ਇੱਕ ਗੂੜਾ ਰਿਸ਼ਤਾ ਬਣੇ, ਇੱਕ ਪਰਿਵਾਰ ਦੇ ਤਰ੍ਹਾਂ ਗਰੋ ਕਰਨ, ਉਹਨਾਂ ਦੇ ਵਿੱਚ ਇੱਕ ਅੱਛੀ ਬੌਂਡਿੰਗ ਹੋਵੇ, ਇੱਕ ਦੂਜੇ ਨੂੰ ਜਾਣਨ ਉਹ ਚੰਗੇ ਤਰੀਕੇ ਦੇ ਨਾਲ। So that's why my request is please make your Skype ID and give it to your group leader, and then we will start the meetings very soon in June. ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਆਪਣੀ ਸਕਾਈਪ ਆਈਡੀ ਬਣਾਓ ਤੇ ਆਪਣੇ ਗਰੁੱਪ ਲੀਡਰ ਨੂੰ ਦਿਵੋ ਤਾਂ ਜੋ ਅਸੀਂ ਇਸ ਮੀਟਿੰਗ ਨੂੰ ਜ਼ੂਮ ਦੇ ਵਿੱਚ ਜਲਦੀ ਹੀ ਸ਼ੁਰੂ ਕਰ ਸਕੀਏ। Hallelujah. So that you will grow in the things of God. You will get opportunities little by little to sing a song, maybe to pray a little bit, to share something from the Word of God, so that you will grow in the thing. That's why the Lord has put on our heart now to start these meetings. In England we call it house groups, live groups, cell groups, but for Punjabis we are going to call it Mel Milap Ate Galbat. Hallelujah. ਹਾਲੇਲੂਇਆ। ਤੇ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਆਪਣੀ ਸਕਾਈਪ ਆਈਡੀ ਬਣਾਓ ਤਾਂ ਜੋ ਤੁਹਾਨੂੰ ਅਸੀਂ ਅੱਗੇ ਲਈ ਖੁਦਾਵੰਦ ਦੇ ਕੰਮ ਦੇ ਲਈ ਤਿਆਰ ਕਰ ਸਕੀਏ, ਤਾਂ ਜੋ ਤੁਹਾਨੂੰ ਅੱਗੇ ਪ੍ਰਾਰਥਨਾ ਦੇ ਵਿੱਚ, ਵਰਸ਼ਿਪ ਦੇ ਵਿੱਚ ਜਾਂ ਪ੍ਰਚਾਰ ਦੇ ਲਈ ਤੁਹਾਨੂੰ ਥੋੜਾ ਮੌਕਾ ਦੇ ਸਕੀਏ, ਤਾਂ ਜੋ ਤੁਸੀਂ ਖੁਦਾਵੰਦ ਦੇ ਕੰਮਾਂ ਦੇ ਵਿੱਚ ਵਧੋ। ਤੇ ਜੋ ਆਪਣੇ ਹੁੰਦੇ ਮੇਲ ਮਿਲਾਪ ਦੀ ਮੀਟਿੰਗ ਸ਼ੁਰੂ ਹੋਣੀ ਹੈ ਲੰਡਨ ਦੇ ਵਿੱਚ, ਅਸੀਂ ਇਸ ਨੂੰ
House ਹੋਮ groups, ਗਰੁੱਪ ਹਾਊਸ ਗਰੁੱਪ ਇਸ cell ਤਰ੍ਹਾਂ groups, ਕਰਦੇ ਆ life groups. ਪਰ ਅਸੀਂ ਇੱਥੇ ਸਾਈਪਰਸ ਦੇ ਵਿੱਚ ਇੱਕ ਪੰਜਾਬੀ ਕੌਂਗਰੇਸ਼ਨ ਹੋਣ ਦੇ ਕਰਕੇ ਅਸੀਂ ਇਸ ਨੂੰ ਮੇਲ ਮਿਲਾਪ ਜਾਂ ਗੱਲਬਾਤ ਦੀ ਮੀਟਿੰਗ ਕਵਾਂਗੇ। Amen, amen. So I want a lot of male milap, lot of galbat. Hallelujah. Praise God. ਆਮੀਨ। ਕਿ ਮੈਂ Amen, ਤੁਹਾਡੇ ਨਾਲ amen. ਬਹੁਤ ਜ਼ਿਆਦਾ ਮੇਲ ਮਿਲਾਪ ਤੇ ਬਹੁਤ ਜ਼ਿਆਦਾ ਦੇਖਭਾਲ ਚਾਹਨਾ। Especially in a place like Cyprus, where you are away from your families, you need that. You need that. I need that in London. Hallelujah. ਸਪੈਸ਼ਲੀ ਸਾਈਪਰਸ ਦੇ ਵਿੱਚ ਕਿਉਂਕਿ ਤੁਸੀਂ ਆਪਣੇ ਪਰਿਵਾਰ ਤੋਂ ਦੂਰ ਆ ਤੇ ਇਹ ਚੀਜ਼ ਚਾਹਨਾ ਕਿ ਤੁਸੀਂ ਇੱਕ ਪਰਿਵਾਰ ਦੀ ਤਰ੍ਹਾਂ ਵਧੋ। Amen, amen. Let's go into Matthew 26. ਤੇ ਚਲੋ ਹੁਣ ਆਪਾਂ ਮੈਥਿਊ ਦੇ 26 ਵਰਸ ਬੁੱਕ ਦੇ ਵਿੱਚ ਜਾਵਾਂਗੇ। We will not read a lot, but we will mention it is 36 to 46. ਤੇ ਅਸੀਂ ਬਹੁਤ ਜ਼ਿਆਦਾ ਨਹੀਂ ਪੜਾਂਗੇ ਪਰ ਅਸੀਂ 36 to 46 ਤੇ ਅਸੀਂ 36 ਤੋਂ ਲੈ ਕੇ 46 ਤੱਕ ਪੜਾਂਗੇ। Let's read it because otherwise we will not get the understanding of it. Let's read. Okay. ਤੇ ਹੁਣ ਅਸੀਂ ਮਤੀ ਉਹਦਾ 26 ਤੋਂ ਅਸੀਂ 36 ਤੋਂ ਲੈ ਕੇ 46 ਤੱਕ ਪੜਾਂਗੇ। ਗਤਸਮਨੀ। ਤਦ ਯੀਸ਼ੂ ਉਹਨਾਂ ਦੇ ਨਾਲ ਗਤਸਮਨੀ ਨਾਮੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। ਅਤੇ ਪਤਰਸ ਅਤੇ ਜਬਦੀ ਦੇ ਦੋਵੇਂ ਪੁੱਤਰਾਂ ਨੂੰ ਲੈ ਕੇ ਉਹ ਅਰਦਾਸ ਅਤੇ ਦਿਲਗਰੀ ਹੋਣ ਲੱਗਾ। ਫਿਰ ਉਹਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਅਤੇ ਅੱਗੇ ਵੱਧ ਕੇ ਮੂੰਹ ਭਰ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਮੇਰੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹਨਾ, ਪਰ ਉਹ ਹੋਵੇ ਜੋ ਤੂੰ ਚਾਹਨਾ ਹੈ। ਅਤੇ ਚੇਲਿਆਂ ਦੇ ਕੋਲ ਆਣ ਕੇ ਉਹਨੂੰ ਸੁੱਤੇ ਪਏ ਵੇਖ ਪਤਰਸ ਨੂੰ ਆਖਿਆ, ਇਹ ਕੀ ਤੁਹਾਤੋਂ ਮੇਰੇ ਲਈ ਇੱਕ ਘੜੀ ਵੀ ਨਾ ਜਾਗ ਹੋਇਆ। ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਫਿਰ ਉਹ ਦੂਈ ਵਾਰ ਗਿਆ ਅਤੇ ਇਹ ਕਿਹਾ ਕਿ ਉਹਨੇ ਪ੍ਰਾਰਥਨਾ ਕੀਤੀ, ਜੇ ਮੇਰੇ ਪਿਤਾ ਜੇ ਇਹ ਮੇਰੇ ਪੀਣ ਬਿਨਾ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਹੋਵੇ। ਅਤੇ ਉਸਨੇ ਆਣ ਕੇ ਫਿਰ ਉਹਨਾਂ ਨੂੰ ਫਿਰ ਸੁੱਤੇ ਹੋਏ ਵੇਖਿਆ, ਕਿਉਂ ਜੋ ਉਹਨਾਂ ਦੀਆਂ ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ। ਅਤੇ ਉਹਨਾਂ ਨੂੰ ਫੇਰ ਛੱਡ ਕੇ ਗਿਆ ਅਤੇ ਉਹ ਗੱਲ ਕਹਿ ਕੇ ਤੀਜੀ ਵਾਰ ਪ੍ਰਾਰਥਨਾ ਕੀਤੀ। ਫਿਰ ਚੇਲਿਆਂ ਕੋਲ ਆਣ ਕੇ ਉਹਨਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਹੋ, ਵਿਸ਼ਰਾਮ ਕਰੋ। ਵੇਖੋ ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚੋਂ ਫੜਵਾਇਆ ਜਾਂਦਾ ਹੈ। ਉੱਠੋ ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ। ਆਮੀਨ। Amen, amen. Gethsemane was a very, very difficult situation for the Lord. ਤੇ ਖੁਦਾਵੰਦ ਦੇ ਲਈ ਜੋ ਗਤਸਮਨੀ ਦੀ ਸਿਚੁਏਸ਼ਨ ਸੀ ਉਹ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। This is a place where he suffered a lot, he cried a lot, he was in absolutely sort of a pressure. ਤੇ ਇਹ ਉਹ ਜਗ੍ਹਾ ਸੀ ਜਿੱਥੇ ਖੁਦਾਵੰਦ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਬਹੁਤ ਜ਼ਿਆਦਾ ਰੋਇਆ। Because this was a time that he would be arrested very soon. ਤੇ ਇਹ ਉਹ ਸਮਾਂ ਸੀ ਜਦੋਂ ਖੁਦਾਵੰਦ ਨੂੰ ਫੜਵਾਇਆ ਜਾਣਾ ਸੀ ਬਹੁਤ ਜਲਦੀ। And the Lord did not want to give up being watchful and being alert. He wanted to continue in that flow. ਤੇ ਖੁਦਾਵੰਦ ਉਸ ਫਲੋ ਦੇ ਵਿੱਚ ਚੱਲਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਛੱਡਣਾ ਨਹੀਂ ਚਾਹੁੰਦਾ ਸੀ, ਬਲਕਿ ਖੁਦਾਵੰਦ ਉਸੇ ਫਲੋ ਦੇ ਵਿੱਚ ਚੱਲਣਾ ਚਾਹੁੰਦਾ ਸੀ। And we see here that in these times he was prayerful. He wanted to pray, even though he was very sorrowful, dukhi, and very much troubled, the Bible says. ਤੇ ਜਿਸ ਤਰ੍ਹਾਂ ਕਿ ਅਸੀਂ ਦੇਖ ਸਕਦੇ ਕਿ ਬਾਈਬਲ ਕਹਿ ਰਹੀ ਉਹ ਬਹੁਤ ਜ਼ਿਆਦਾ ਦੁਖੀ ਤੇ ਉਸਦੇ ਵਿੱਚ ਬਹੁਤ ਜ਼ਿਆਦਾ ਦੁੱਖ ਸੀ, ਪਰ ਫਿਰ ਵੀ ਖੁਦਾਵੰਦ ਪ੍ਰਾਰਥਨਾ ਦੇ ਵਿੱਚ ਉਸੇ ਤਰ੍ਹਾਂ ਚੱਲਣਾ ਚਾਹੁੰਦਾ ਜਿਸ ਤਰ੍ਹਾਂ ਪਹਿਲਾਂ ਚੱਲ ਰਿਹਾ ਸੀ। Read verse 38 please. Okay. ਫਿਰ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। So the Lord is making a binti, a request. Please stay with me and watch with me. Hallelujah. ਤੇ ਖੁਦਾਵੰਦ ਇੱਥੇ ਆਪਣੇ ਚੇਲਿਆਂ ਨੂੰ ਬੇਨਤੀ ਕਰ ਰਹੇ ਕਿ ਮੇਰੇ ਨਾਲ ਜਾਗਦੇ ਰਹੋ ਅਤੇ ਠਹਿਰੋ।
And the Lord continued to pray. ਤੇ ਖੁਦਾਵੰਦ ਪ੍ਰਾਰਥਨਾ ਕਰਦੇ ਜਾ ਰਿਹਾ ਸੀ, ਕਰੀ ਜਾ ਰਿਹਾ ਸੀ। And then when verse 40 he comes back and he finds them that they were sleeping. ਤੇ ਜਿਸ ਤਰ੍ਹਾਂ ਕਿ 40 ਆਦਿ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਖੁਦਾਵੰਦ ਵਾਪਸ ਆਏ ਤਾਂ ਉਹਨਾਂ ਨੇ ਆਪਣੇ ਚੇਲਿਆਂ ਨੂੰ ਸੁੱਤੇ ਪਏ ਦੇਖਿਆ। And then again there are 3 times that he told them not to he told them to watch 3 times, and all these 3 times they went to sleep. ਤੇ ਖੁਦਾਵੰਦ ਨੇ ਉਹਨਾਂ 3 ਵਾਰ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਗਦੇ ਰਹੋ ਤੇ ਠਹਿਰੋ, ਪਰ ਤਿੰਨੇ ਵਾਰ ਜਦੋਂ ਖੁਦਾਵੰਦ ਆਪਣੇ ਚੇਲਿਆਂ ਕੋਲ ਵਾਪਸ ਆਉਂਦਾ ਤਾਂ ਚੇਲਿਆਂ ਨੂੰ ਸੁੱਤੇ ਪਏ ਦੇਖਦਾ ਸੀ। And maybe today I believe the Lord is saying the same thing to many of us today. Watch, be alert, stay up with me. ਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜੋ ਲੋਕ ਲਾਈਵ ਦੇਖ ਰਹੇ ਨੇ ਉਹਨਾਂ ਵਿੱਚੋਂ ਖੁਦਾਵੰਦ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਿਹਾ ਕਿ ਮੇਰੇ ਨਾਲ ਜਾਗਦੇ ਰਹੋ ਤੇ ਠਹਿਰੋ। Because the Lord has already made requests, but we have been still sleeping. In sleeping. ਤੇ ਖੁਦਾਵੰਦ ਨੇ ਸਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਪਰ ਅਸੀਂ ਫੇਰ ਵੀ ਕਿਤੇ ਨਾ ਕਿਤੇ ਸੋ ਰਹੇ ਹਾਂ। So the Lord is saying today, do not go to sleep in the spirit, but be active and alert and watchful. ਤੇ ਖੁਦਾਵੰਦ ਇੱਥੇ ਕਹਿ ਰਿਹਾ ਕਿ ਆਤਮਾ ਦੇ ਵਿੱਚ ਨਾ ਸੋਵੋ ਬਲਕਿ ਦੇਖੋ ਤੇ ਜਾਗਦੇ ਰਹੋ। I want to say to you that the Lord needs you at this point, and if you go to sleep, the work of the Lord will be hindered. रुकावट आएगी। ਤੇ ਮੈਂ ਤੁਹਾਨੂੰ ਇੱਥੇ ਕਹਿਣ ਜਾ ਰਿਹਾ ਕਿ ਜਦੋਂ ਤੁਸੀਂ ਸੋ ਜਾਓਗੇ ਤਾਂ ਖੁਦਾਵੰਦ ਦੇ ਕੰਮ ਉਸ ਵਿੱਚ ਰੁਕਾਵਟ ਆ ਜਾਵੇਗੀ। The church is growing in Cyprus, the Punjabi church. ਤੇ ਸਾਈਪ੍ਰਸ ਵਿੱਚ ਜੋ ਪੰਜਾਬੀ ਚਰਚ ਵੱਧ ਰਹੀ ਆ। We need more people to support the work. ਤੇ ਸਾਨੂੰ ਬਹੁਤ ਹੋਰ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੈ ਤਾਂ ਜੋ ਸਾਡੀ ਚਰਚ ਦਾ ਜੋ ਕੰਮ ਵਧ ਰਿਹਾ ਸੀ ਉਸ ਨੂੰ ਸਪੋਰਟ ਕਰ ਸਕੀਏ। Ministries are growing. ਜੋ ਮਿਨਿਸਟਰੀਜ਼ ਨੇ ਉਹ ਵਧ ਰਹੀਆਂ ਨੇ। We have got a ministry now in the asylum detention center. ਤੇ ਜਿਸ ਤਰ੍ਹਾਂ ਕਿ ਸਾਡੀ ਜੋ ਮਿਨਿਸਟਰੀ ਨਵੀਂ ਜੇਲ੍ਹ ਦੇ ਵਿੱਚ ਸ਼ੁਰੂ ਹੋਈ ਆ। We are having a new ministry now starting on the streets from this Sunday. ਤੇ ਇਸ ਸੰਡੇ ਤੋਂ ਅਸੀਂ ਇਵੈਂਜਲਿਜ਼ਮ ਮਿਨਿਸਟਰੀ ਸ਼ੁਰੂ ਕਰ ਰਹੇ ਹਾਂ। We are starting next week another ministry, the Playtime, Lydia Playtime Club. ਤੇ ਅਗਲੇ ਹਫਤੇ ਤੁਸੀਂ ਬੱਚਿਆਂ ਨੂੰ ਖੇਡਣ ਦੇ ਲਈ ਸਕੂਲ ਓਪਨ ਕਰ ਰਹੇ ਹਾਂ। We are having already our Polymath group, and that is growing, and we need more people to help out there. ਤੇ ਸਾਡਾ ਪੈਲੀਮੈਥਕੋ ਦੇ ਵਿੱਚ ਵੀ ਮੀਟਿੰਗ ਮਿਨਿਸਟਰੀ ਚੱਲ ਰਹੀ ਹੈ ਤੇ ਸਾਨੂੰ ਉੱਥੇ ਹੀ ਬਹੁਤ ਜ਼ਿਆਦਾ ਲੋਕਾਂ ਦੀ ਜ਼ਰੂਰਤ ਆ। We also have our Athino group, a small group, but we are praying that the Lord will give us a flat there so that we can rent a flat and we can have our meetings in our own flat. God has made already a provision to provide for that flat as well. Hallelujah. ਤੇ ਅਸੀਂ ਜੋ ਸਾਡੀ ਅਥੀਨੋ ਮੀਟਿੰਗ ਆ ਉਸ ਦੇ ਵਿੱਚ ਵੀ ਅਸੀਂ ਦੁਆ ਕਰ ਰਹੇ ਹਾਂ ਕਿ ਸਾਨੂੰ ਉੱਥੇ ਖੁਦਾਵੰਦ ਫਲੈਟ ਦੇਵੇ ਤੇ ਸਾਡੇ ਨਾਲ ਹੋਰ ਜ਼ਿਆਦਾ ਲੋਕ ਜੁੜਨ ਤੇ ਖੁਦਾਵੰਦ ਨੇ ਸਾਨੂੰ ਇਸ ਦਾ ਦ੍ਰਿਸ਼ ਵੀ ਦਿਖਾਇਆ ਕਿ ਸਾਡੀ ਅਥੀਨੋ ਮੀਟਿੰਗ ਦੇ ਵਿੱਚ ਸਾਡਾ ਖੁਦ ਫਲੈਟ ਹੋਵੇਗਾ। God has given us a lot of things that will happen in the future. Lot of visions have been given. Maqsad. ਤੇ ਖੁਦਾਵੰਦ ਨੇ ਸਾਨੂੰ ਬਹੁਤ ਜ਼ਿਆਦਾ ਦ੍ਰਿਸ਼ ਦਿਖਾਏ ਕਿ ਜੋ ਫਿਊਚਰ ਦੇ ਵਿੱਚ ਹੋਣ ਜਾ ਰਹੇ ਨੇ। We would like to start a ministry for the homeless people to cook food and give to the poor around Nicosia. That will happen in the future. Hallelujah. ਤੇ ਹਾਲੇਲੂਇਆ ਤੇ ਭੁੱਖ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਫੂਡ ਪ੍ਰੋਵਾਈਡ ਕਰਾਂਗੇ ਜਿਨ੍ਹਾਂ ਕੋਲ ਘਰ ਨਹੀਂ ਹੈ ਜਾਂ ਜਿਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਆ। So there are a lot of things that are in the pipeline for you. ਤੇ ਇੱਥੇ ਬਹੁਤ ਕੁਝ ਹੋਣ ਜਾ ਰਿਹਾ। So are you going to be sleeping? ਕਿ ਤੁਸੀਂ ਸੌਣ ਜਾ ਰਹੇ ਹੋ? Or are you going to say, yes, I will be the one like the wise virgins. I will have my lamp and I will have my oil. And not only that, I'm going to have extra jars of oil. ਤੇ ਕੀ ਤੁਸੀਂ ਉਹਨਾਂ 5 ਸਮਝਦਾਰ ਕੁਆਰੀਆਂ ਵਰਗੇ ਹੋ ਕਿ ਜਿਨ੍ਹਾਂ ਕੋਲ ਆਉਣ ਦੀ ਮਿਸਾਲਾਂ ਦੇ ਵਿੱਚ ਵੀ ਤੇਲ ਤਾਂ ਸੀ ਪਰ ਉਹਨਾਂ ਕੋਲ ਖਾਲੀ ਭਾਂਡੇ ਦੇ ਵਿੱਚ ਹੋਰ ਜ਼ਿਆਦਾ ਤੇਲ ਵੀ ਸੀਗਾ। The Lord is also, I believe, going to start businesses through our church in Cyprus. Hallelujah. ਕਿ ਮੈਨੂੰ ਲੱਗ ਰਿਹਾ ਕਿ ਖੁਦਾਵੰਦ ਬਹੁਤ ਜ਼ਿਆਦਾ ਕੰਮ ਸ਼ੁਰੂ ਕਰਨ ਜਾ ਰਿਹਾ ਸਾਡੀ ਚਰਚ ਦੇ ਦੁਆਰਾ। I believe that some of the church members will have a restaurant in Nicosia. Hallelujah. ਤੇ ਮੈਂ ਇਸ ਚੀਜ਼ ਨੂੰ ਵਿਸ਼ਵਾਸ ਨਾਲ ਕਹਿੰਦਾ ਕਿ ਬਹੁਤ ਜ਼ਿਆਦਾ ਆਪਣੀ ਚਰਚ ਦੇ ਮੈਂਬਰਸ ਦੇ ਵਿੱਚੋਂ ਕਈਆਂ ਦੇ ਆਪਣੇ ਰੈਸਟੋਰੈਂਟ ਹੋਣਗੇ। We want to even have car wash business in Nicosia from the church. Hallelujah. ਤੇ ਕਿ ਚਰਚ ਦੇ ਵਿੱਚੋਂ ਕਈ ਲੋਕਾਂ ਦੇ ਕਾਰ ਦੇ ਬਿਜ਼ਨਸ ਹੋਣਗੇ। We want to have salons where they can cut hair and beautician for the makeup and all sorts of things. Hallelujah. From the church, we want our members to be empowered to start doing this in the future. ਤੇ ਮੈਂ ਆਪਣੇ ਚਰਚ ਮੈਂਬਰ ਨੂੰ ਕਹਿ ਰਿਹਾ ਕਿ ਉਹ ਭਵਿੱਖ ਦੇ ਵਿੱਚ ਉਹਨਾਂ ਦੇ ਆਪ ਦੇ ਸਲੂਨ ਹੋਣਗੇ ਜਿੱਥੇ ਅਸੀਂ ਬਾਲ ਕਟਾਉਣ ਲਈ ਜਾਂਦੇ ਆ।
We want our church members to start uh, renting properties to the people, like they will have a business to rent out flats to others in Jesus name, so that we can have some income, or the church members will have some income. The vision is big. ਤੇ ਖੁਦਾਵੰਦ ਜੋ ਵਿਜ਼ਨ ਉਹ ਸਾਡੇ ਲਈ ਬਹੁਤ ਬਹੁਤ ਵੱਡਾ ਹੈ ਤੇ ਮੈਂ ਚਾਹਨਾ ਕਿ ਮੈਂ ਚਾਹਨਾ ਕਿ ਸਾਡੇ ਚਰਚ ਦੇ ਬਹੁਤ ਜ਼ਿਆਦਾ ਲੋਕ ਪ੍ਰੋਪਰਟੀ ਡੀਲਰ ਹੋਣ ਤਾਂ ਜੋ ਹੋਰ ਲੋਕਾਂ ਨੂੰ ਅੱਗੇ ਫਲੈਟ ਦੇ ਸਕਣ ਰੈਂਟ ਤੇ Oh, and there are more other things many other things that will happen. ਤੇ ਹੋਰ ਬਹੁਤ ਕੁਝ ਹੋਣ ਜਾ ਰਿਹਾ ਫਿਊਚਰ ਦੇ ਵਿੱਚ. Hallelujah. So Hallelujah. we need to be in the right place and watchful for all these things to happen. ਤੇ ਸਾਨੂੰ ਹਮੇਸ਼ਾ ਜਾਗਦੇ ਰਹਿਣਾ ਚਾਹੀਦਾ ਤਾਂ ਕਿ ਅਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਹੁੰਦੇ ਦੇਖ ਸਕੀਏ. And we want to be united with one voice now. We want to be out from this church. We want to go to a bigger place and even buy our own land and build our own building in the name of Jesus. Amen. ਕਿ ਸਾਨੂੰ ਹੁਣ ਇੱਕ ਯੂਨਿਟੀ ਦੇ ਵਿੱਚ, ਇੱਕ ਏਕਤਾ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਅਸੀਂ ਜੋ ਸਾਡੀ ਹੁਣ ਜਿੱਥੇ ਹੁਣ ਚਰਚ ਆ, ਅਸੀਂ ਇਸ ਚੀਜ਼ ਤੋਂ ਜੋ ਖੁਦਾਵੰਦ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਸਾਡਾ ਖੁਦ ਦਾ ਜਗ੍ਹਾ ਹੋਵੇਗਾ ਜਾਂ ਸਾਡਾ ਜੋ ਪ੍ਰੋਮਿਸ ਲੈਂਡ ਆ ਖੁਦਾ ਸਾਨੂੰ ਉੱਥੇ ਲੈ ਕੇ ਜਾਵੇਗਾ, ਇਸ ਚੀਜ਼ ਲਈ ਸਾਨੂੰ ਇੱਕ ਏਕਤਾ ਦੇ ਵਿੱਚ ਬਣੇ ਰਹਿਣਾ ਚਾਹੀਦਾ ਤੇ ਇੱਕ ਆਵਾਜ਼ ਹੋਣਾ ਚਾਹੀਦਾ. Hallelujah. We want to be a testimony to Cyprus that God is working through us, the Punjabi community in Cyprus, and everybody will be surprised because we are going to do some impossible things. Hallelujah. ਤੇ ਕਿ ਅਸੀਂ ਇੱਥੇ ਇੱਕ ਬਹੁਤ ਵੱਡੀ ਗਵਾਹੀ ਬਣਨਾ ਕਿ ਜੋ ਕੰਮ ਨਹੀਂ ਹੋ ਰਹੇ ਸੀ ਉਹਨਾਂ ਨੂੰ ਕਰ ਰਹੇ ਆ ਤੇ ਸਾਈਪਰਸ ਦੇ ਵਿੱਚ ਇੱਕ ਬਹੁਤ ਵੱਡੀ ਗਵਾਹੀ ਕਰਨਾ ਕਿ ਪੰਜਾਬੀ ਚਰਚ ਉਹ ਸਭ ਕੰਮ ਕਰ ਰਹੀ ਹੈ ਜੋ ਇੰਪੋਸੀਬਲ ਸੀ, ਜੋ ਨਾਮੁਮਕਿਨ ਸੀਗੇ. We do not want to go to sleep and be lazy. ਕਿ ਸਾਨੂੰ ਆਲਸਪਨ ਦੇ ਵਿੱਚ ਨਹੀਂ ਜਾਣਾ ਚਾਹੀਦਾ, ਸਾਨੂੰ ਜ਼ਿਆਦਾ ਸੋਣਾ ਨਹੀਂ ਚਾਹੀਦਾ. So this Sunday, come out on the streets 8:30. We will tell you where we will be. Come out and start working with our team to give leaflets, to tell your testimony, Gawai, to the locals in the area, in the Punjabi community. ਤੇ ਤਿਆਰ ਹੋ ਜੋ, ਅਸੀਂ ਤੁਹਾਨੂੰ ਜਗ੍ਹਾ ਦੱਸਾਂਗੇ ਕਿ ਇਸ ਸੰਡੇ ਜੋ ਆ ਰਿਹਾ, ਕਿ ਜੋ ਸਾਡੀ ਇਵੈਂਜਲਿਜ਼ਮ ਟੀਮ ਆ ਉਹ ਕਿੱਥੇ ਲੋਕਾਂ ਦੇ ਵਿੱਚ ਆਪਣੀ ਗਵਾਹੀਆਂ ਜੋ ਚਰਚ ਦੇ ਲੀਫਲੈਟਸ ਨੂੰ ਵੰਡਣ ਜਾ ਰਹੀਆਂ ਨੇ, ਤੇ ਤੁਸੀਂ ਵੀ ਤਿਆਰ ਹੋ ਜੋ 8:30 ਵਜੇ. If you are desiring to be in the evangelism team, you can send me a message. I'll put you in the evangelism group. We have an evangelism group, and I've started to train them. Now the training has only been to give out leaflets, but more training is coming. ਤੇ ਕਿ ਜੇ ਅਗਰ ਤੁਹਾਡੇ ਮਨ ਦੀ ਇੱਛਾ ਕਿ ਤੁਸੀਂ ਇਵੈਂਜਲਿਜ਼ਮ ਟੀਮ ਦਾ ਹਿੱਸਾ ਹੋਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਸੈਂਡ ਕਰੋ, ਤੇ ਮੈਂ ਹਲੇ ਤੱਕ ਸਿਰਫ ਇਵੈਂਜਲਿਜ਼ਮ ਟੀਮ ਨੂੰ ਟ੍ਰੇਨਿੰਗ ਦੇ ਰਿਹਾ, ਤੁਹਾਨੂੰ ਟ੍ਰੇਨਿੰਗ ਦਿੱਤਾ ਕਿ ਕਿਸ ਤਰ੍ਹਾਂ ਤੁਸੀਂ ਲੀਫਲੈਟ ਵੰਡਣੇ ਆ. Hallelujah. Hallelujah. I will be starting to teach how to use the word of God when we talk to people, when they have questions, different questions. I have been doing this for last around 22 years on the streets in London, and I have so much experience, and I want to give it free to you. Hallelujah. ਹਾਲੇਲੂਇਆ. ਤੇ ਮੈਂ ਹੁਣ ਇਵੈਂਜਲਿਜ਼ਮ ਟੀਮ ਨੂੰ ਸਿਖਾ ਰਹੀ ਕਿ ਕਿੱਦਾਂ ਖੁਦਾਵੰਦ ਦੇ ਕਲਾਮ ਨੂੰ ਲੋਕਾਂ ਦੇ ਜਿਨ੍ਹਾਂ ਲੋਕਾਂ ਤੱਕ ਖੁਦਾਵੰਦ ਦਾ ਕਲਾਮ ਨਹੀਂ ਪਹੁੰਚਾਉਣਾ, ਕਿਸ ਤਰ੍ਹਾਂ ਗੱਲਬਾਤ ਕਰਨੀ ਆ. ਮੈਂ ਇਵੈਂਜਲਿਜ਼ਮ ਮਿਨਿਸਟਰੀ ਪਿਛਲੇ 20 ਸਾਲ ਤੋਂ ਲੰਡਨ ਦੀ ਸੜਕਾਂ ਦੇ ਵਿੱਚ ਕਰ ਰਿਹਾ, ਤੇ ਮੇਰੇ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ, ਤੇ ਤੁਹਾਨੂੰ ਮੈਂ ਫ੍ਰੀ ਦੇ ਰਿਹਾ ਐਕਸਪੀਰੀਅੰਸ. So the Lord has taught me a lot of things, and I want to share that with you, and it's all free. Freely we have received, freely you will be given. ਤੇ ਖੁਦਾਵੰਦ ਨੇ ਮੈਨੂੰ ਬਹੁਤ ਜ਼ਿਆਦਾ ਚੀਜ਼ਾਂ ਸਿਖਾਈਆਂ ਜੋ ਫ੍ਰੀ ਆਫ ਕੋਰਸ ਸਿੱਖੀਆਂ ਨੇ ਮੈਂ, ਤੇ ਮੈਂ ਫ੍ਰੀ ਹੀ ਲਿੱਤਾ ਤੇ ਫ੍ਰੀ ਹੀ ਦੇ ਰਿਹਾ. Hallelujah. So Hallelujah. get on to the stages. Do the stage 1. Get on to the stage 2. Those who are in stage 2, who have done that and not done the stage 3. Now we are starting in July or end of June, maybe stage 4 for the new group, because the group that is already doing stage 4 will be finishing their graduation in July and or August. They will be done. They will be ready to graduate. But those new ones will start. So get on to the stages and do not sleep. Let there be oil in your lamp and jars of oil. ਤੇ ਜਾਗਦੇ ਰਹੋ ਤੇ ਆਪਣੀ ਕੁੱਪੀਆਂ ਦੇ ਵਿੱਚ ਹੋਰ ਜ਼ਿਆਦਾ ਤੇਲ ਰੱਖੋ, ਤੇ ਹੋਰ ਜ਼ਿਆਦਾ ਐਕਸਟਰਾ ਤੇਲ ਰੱਖੋ, ਤਾਂ ਕਿ ਜੋ ਲੋਕ ਸਟੇਜ 1 ਕਰ ਰਹੇ ਨੇ ਉਹ ਸੋਵੋ ਨਾ, ਬਲਕਿ ਆਪਣੇ ਗਰੁੱਪ ਲੀਡਰ ਨੂੰ ਕਹੋ ਕਿ ਅਸੀਂ ਸਟੇਜ 2 ਕਰਨੇ. ਜੋ ਸਟੇਜ 2 ਕਰ ਰਹੇ ਨੇ ਉਹ ਸਟੇਜ 3 ਦੇ ਲਈ ਕਹਿਣ, ਤੇ ਜੋ ਸਟੇਜ 3 ਕਰ ਰਹੇ ਨੇ ਉਹਨਾਂ ਭੈਣ ਭਰਾਵਾਂ ਦੇ ਲਈ ਇੱਕ ਮੈਂ ਨਵਾਂ ਗਰੁੱਪ ਸਟਾਰਟ ਕਰਨ ਜਾ ਰਿਹਾ, ਜੋ ਕਿ ਜੂਨ ਦੇ ਐਂਡ ਦੇ ਵਿੱਚ, ਜੁਲਾਈ ਦੀ ਸਟਾਰਟਿੰਗ ਦੇ ਵਿੱਚ ਸ਼ੁਰੂ ਹੋ ਜਾਵੇਗਾ. ਤੇ ਜੋ ਲੋਕ ਪਹਿਲਾਂ ਤੋਂ ਹੀ ਸਟੇਜ 4 ਕਰ ਰਹੇ ਨੇ ਉਹਨਾਂ ਦੀ ਇਸ ਐਨੀਵਰਸਰੀ ਤੇ ਗ੍ਰੈਜੂਏਸ਼ਨ ਹੋ ਜਾਣੀ ਆ. ਤੇ ਜਿਹੜੇ ਨਵੇਂ ਲੋਕ ਤੇ ਆਪਣੇ ਆਪ ਨੂੰ ਤਿਆਰ ਕਰੋ ਤੇ ਜਾਗੋ ਨਾ, ਤਾਂ ਜੋ ਆਪਣੀ ਚਰਚ ਦਾ ਟ੍ਰੇਨਿੰਗ ਪ੍ਰੋਗਰਾਮ ਤੁਸੀਂ ਉਸ ਦਾ ਹਿੱਸਾ ਬਣ ਸਕੋ ਤੇ ਖੁਦਾਵੰਦ ਲਈ ਹੋਰ ਜ਼ਿਆਦਾ ਕੰਮ ਕਰ ਸਕੋ. Hallelujah. You did very well. I was very long. Very good. Praise God. Translators are doing very well. Praise God.
I wish I was in the church to clap with everybody, but it's okay. I'm coming. Praise God. So the jamming session once a month, we will have that new ministry as well. Also, that will be to attract the unbelievers. So come with your unbelieving friends to these jamming sessions, music and bhangra and khana and just fun. Hallelujah. Come along, bring your friend, those especially who can come from Nicosia and surroundings. Those who can't come, we can't help you, but try to come, bring your friends, and also give yourself to serve the church. We need people to help in the church, to do the kitchen tidying up. We need people to set up. We need people to tidy up. Give yourself to the Lord. You will be definitely blessed. ਤੇ ਜਿਸ ਤਰ੍ਹਾਂ ਕਿ ਅਸੀਂ ਅਗਲੇ ਮਹੀਨੇ ਤੋਂ ਜੈਮਿੰਗ ਸੈਸ਼ਨ ਸ਼ੁਰੂ ਕਰ ਰਹੇ ਨੇ, ਜਿਸ ਵਿੱਚ ਅਸੀਂ ਨਵੇਂ ਲੋਕਾਂ ਨੂੰ ਜਿਨ੍ਹਾਂ ਤੱਕ ਖੁਦਾਵੰਦਾ ਕਲਾਮ ਨਹੀਂ ਪਹੁੰਚੇ, ਉਸ ਜੈਮਿੰਗ ਸੈਕਸ਼ਨ ਦੇ ਵਿੱਚ ਅਸੀਂ ਖੁਦਾਵੰਦੇ ਕਲਾਮ ਦੇ ਵਿੱਚੋਂ ਤੁਹਾਨੂੰ ਕੁਝ ਸਿਖਾਵਾਂਗੇ। ਉਸ ਵਿੱਚ ਖਾਣਾ ਹੋਵੇਗਾ, ਭੰਗੜਾ ਹੋਵੇਗਾ ਜਾਂ ਡਾਂਸ ਹੋਵੇਗਾ, ਤੇ ਤੁਸੀਂ ਉਸ ਜੈਮਿੰਗ ਸੈਕਸ਼ਨ ਦੇ ਵਿੱਚ ਉਹਨਾਂ ਲੋਕਾਂ ਨੂੰ ਇਨਵਾਈਟ ਕਰੋ ਜੋ ਅਨਬਿਲੀਵਰ ਨੇ, ਤਾਂ ਜੋ ਖੁਦਾਵੰਦਾ ਕਲਾਮ ਉਹਨਾਂ ਤੱਕ ਪਹੁੰਚ ਸਕੇ। ਅਸੀਂ ਇੱਕ ਐਂਟਰਟੇਨਮੈਂਟ ਦੇ ਰਾਹੀਂ ਖੁਦਾਵੰਦਾ ਕਲਾਮ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਤੇ ਜੋ ਜੈਮਿੰਗ ਸੈਕਸ਼ਨ ਦੇ ਵਿੱਚ ਜੋ ਰਿਸਪੌਂਸੀਬਲ ਨੇ, ਤੇ ਹੋਰ ਜ਼ਿਆਦਾ ਲੋਕ ਉੱਠੋ ਤਾਂ ਜੋ ਤੁਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਸਮਝ ਸਕੋ। ਜੋ ਵੀ ਚਰਚ ਟਾਈਡੀ ਅਪ ਕਰਨੀ ਆ, ਖਾਣਾ ਬਣਾਉਣਾ, ਸਾਊਂਡ ਸਿਸਟਮ, ਸਾਰਾ ਕੁਝ ਤੁਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਇੱਕ ਸਮਝ ਦੇ ਨਾਲ ਕਰ ਸਕੋ ਤੇ ਇਮਾਨਦਾਰੀ ਦੇ ਨਾਲ ਖੁਦਾਵੰਦ ਅੱਗੇ ਉਹਨਾਂ ਜ਼ਿੰਮੇਵਾਰੀਆਂ ਨੂੰ ਕਰ ਸਕੋ। Amen, amen. The Lord needs you. The Lord needs you. The Lord needs you. ਖੁਦਾਵੰਦ ਤੁਹਾਨੂੰ ਚਾਹੁੰਦਾ, ਖੁਦਾਵੰਦ ਦੀ ਤੁਹਾਨੂੰ ਜ਼ਰੂਰਤ ਆ, ਖੁਦਾਵੰਦ ਤੁਹਾਨੂੰ ਚਾਹੁੰਦਾ। Amen.